बहुत सारे लोगों को डिप्रैशन हो रही है घर च बैठ बैठ के, है ना, क्योंकि इन्ना आसान नहीं है घर च बैठना। सो यंगस्टर्स ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਹੈ ਕੋਵਿਡ-19 ਦੇ ਟਾਈਮ ਦੇ ਵਿੱਚ? ਜਿਹੜੇ ਬੱਚੇ ਘਰਾਂ 'ਚ ਬੈਠੇ ਹੈ ਇਹਨੂੰ ਇਸ ਟਾਈਮ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰੇ। ਜਿਹੜੀ ਬੱਚੇ ਹੈ, ਨੌਜਵਾਨ ਬੱਚੇ ਹੈ, ਉਹ ਇਸ ਸਮੇਂ ਨੂੰ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਰਹੇ। ਤੁਹਾਡਾ ਤੇ ਪਰਿਵਾਰ ਹੈਗਾ, ਸਾਡਾ ਤੇ ਇੱਥੇ ਜਿਹੜਾ ਪਰਿਵਾਰ ਹੈ, ਸਾਡੇ ਦੋਸਤ ਹੀ ਹੈ, 10-15 ਦੋਸਤ ਸੀਗੇ ਜਿਹੜੇ ਇਕੱਠੇ ਕਰ ਲਏ, ਉਹਨਾਂ ਦੇ ਨਾਲ ਉਹ ਪਾਰਟੀ ਕਰ ਰਹੇ ਹੈ ਉੱਚੀ ਉੱਚੀ ਰਾਤੀ 11 ਵਜੇ ਦਾ ਟਾਈਮ ਹੈ। ऑनलाइन वर्चुअल लाइव ऑनलाइन क्लासेस है ਜਿਹੜੀਆਂ इंस्ट्रक्टर लैड प्रोग्राम है ਜਿਹਦੇ ਚ ਨਾਲ टीचर ਤੁਹਾਨੂੰ वाइट बोर्ड ਤੇ पूरा क्लास ਦੀ ਤਰ੍ਹਾਂ ਹੀ ਪੜ੍ਹਾਉਂਦਾ है। हर धी नूं सलाम, हर मां नूं सलाम, जिथे औरत जन्मी हर उस थां नूं सलाम, ਜਿਹੜੇ ਸ਼ਬਦਾਂ ਵਿੱਚ ਇੱਜ਼ਤ ਇੱਕ ਔਰਤ ਲਈ ਉਸ ਬਾਤ ਨੂੰ ਸਲਾਮ, ਲੱਖ ਦਰਦ ਛੁਪਾ ਕੇ ਹੱਸਦੀ ਜੋ ਉਸ ਜਾਤ ਨੂੰ ਸਲਾਮ। ਅੱਜ ਦੀ ਔਰਤ ਕਿਹੜੇ ਸਿਖਰਾਂ ਤੱਕ ਹੈ ਪਹੁੰਚੀ, ਉਸ ਨੂੰ ਨਾ ਕਰ ਸਕਾਂ ਮੈਂ ਸ਼ਬਦਾਂ 'ਚ ਬਿਆਨ। ਸਤਿ ਸ਼੍ਰੀ ਅਕਾਲ, ਨਮਸਕਾਰ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੇ ਅੱਜ ਸ਼ੁੱਕਰਵਾਰ ਦਾ ਦਿਨ ਤੁਹਾਡਾ ਤੇ ਮੇਰਾ ਸਾਥ ਹਰ ਸ਼ੁੱਕਰਵਾਰ 7 ਤੋਂ 8 ਵਜੇ ਤੱਕ ਹੁੰਦਾ ਤੇ ਅੱਜ 1 ਮਈ ਦਾ ਦਿਨ ਹੈ ਤੇ ਅੱਜ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਔਰਤ ਸ਼ਬਦ ਦੇ ਨਾਲ ਕੀਤੀ ਹੈ ਤੇ 1 ਮਈ ਸਾਰਾ ਮਈ ਦਾ ਮਹੀਨਾ ਸੈਕਸ਼ੂਅਲ ਅਸੌਲਟ ਅਵੇਅਰਨੈਸ ਮੰਥ ਹੁੰਦਾ ਕਿ ਔਰਤਾਂ ਨੂੰ ਜਾਗਰੂਕ ਕਰਨਾ ਕਿ ਅਸੌਲਟ ਜੋ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਉਣਾ। ਸੋ ਸਾਨੂੰ ਇਹ ਜੋ ਸਾਇਲੈਂਸ ਹੈ ਉਹਨੂੰ ਬ੍ਰੇਕ ਕਰਨਾ ਹੋਵੇਗਾ, ਕਿਸੇ ਨਾਲ ਗੱਲ ਕਰਨੀ ਹੋਵੇਗੀ, ਕਿਸੇ ਨੂੰ ਫੋਨ ਕਰਨਾ ਹੋਵੇਗਾ ਤੇ ਇਹ ਜਿਹੜਾ ਮਹੀਨਾ ਹੈ ਅਵੇਅਰਨੈਸ ਮੰਥ ਹੈ ਇਹਨੂੰ ਅਸੀਂ ਲੋਕਾਂ ਤੱਕ ਪਹੁੰਚਾਉਂਦੇ ਰਵਾਂਗੇ, ਜਾਗਰੂਕਤਾ ਫੈਲਾਉਂਦੇ ਰਵਾਂਗੇ। ਤੇ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਪ੍ਰੋਗਰਾਮ ਦੇ ਵਿੱਚ ਵੀ ਇੱਕ ਮੇਰੇ ਨਾਲ ਔਰਤ ਨੇ, ਟਾਕ ਸ਼ੋਅ ਦੇ ਵਿੱਚ ਵੀ, ਜੋ ਕਿ ਇੱਕ ਪ੍ਰਿੰਸੀਪਲ ਨੇ, ਹਾਊਸ ਵਾਈਫ ਨੇ, ਇੱਕ ਡਾਟਰ ਨੇ, ਮਦਰ ਨੇ, ਸਿਸਟਰ ਨੇ, ਸੋ ਸਾਰੇ ਰੋਲ ਬਾਖੂਬੀ ਨਿਭਾ ਰਹੇ ਨੇ ਤੇ ਇੱਕ ਵਧੀਆ ਬਿਜ਼ਨਸ ਵੂਮਨ ਵੀ ਨੇ। ਤੇ ਅੱਜ ਇਹਨਾਂ ਦੇ ਨਾਲ ਜੋ ਗੱਲਬਾਤ ਹੋਏਗੀ ਉਹਨਾਂ ਦੇ ਬਿਜ਼ਨੈਸਿਸ ਦੇ ਬਾਰੇ, ਇੰਸਟੀਟਿਊਸ਼ਨਸ ਦੇ ਬਾਰੇ, ਇਹਨਾਂ ਦੀ ਇੱਕ ਐਜ਼ ਅ ਟੀਚਰ ਇਹਨਾਂ ਦੀ ਲਾਈਫ ਦੇ ਬਾਰੇ ਤੇ ਖਾਸ ਕਰਕੇ ਅੱਜ ਕੱਲ੍ਹ ਦੇ ਹਾਲਾਤਾਂ ਦੇ ਬਾਰੇ ਤੇ ਯੰਗਸਟਰ ਦੇ ਬਾਰੇ, ਕਿਉਂਕਿ ਇਹਨਾਂ ਦਾ ਰਾਹ, ਇਹਨਾਂ ਦਾ ਵਾਸਤਾ ਜੋ ਯੰਗਸਟਰਸ ਦੇ ਨਾਲ ਜ਼ਿਆਦਾ ਪੈਂਦਾ ਰਹਿੰਦਾ। ਐਜ਼ ਅ ਟੀਚਰ, ਐਜ਼ ਅ ਪ੍ਰਿੰਸੀਪਲ, ਇਹ ਬੱਚਿਆਂ ਦੇ ਨਾਲ ਇਹਨਾਂ ਦਾ ਕੋਆਰਡੀਨੇਸ਼ਨ ਜ਼ਿਆਦਾ ਰਹਿੰਦਾ ਹੈਗਾ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਯੂਥ ਬਾਰੇ ਗੱਲਬਾਤ ਕਰਾਂਗੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਨੇ ਗੁਰੂ ਲਰਨਿੰਗ ਇੰਸਟੀਚਿਊਟ ਤੋਂ ਤੇ ਨਾਲ ਹੀ ਆਸਕਰ ਕਾਲਜ ਤੋਂ ਉਹਨਾਂ ਦੇ ਪ੍ਰਿੰਸੀਪਲ ਨੇ, CEO ਨੇ, ਤੇ ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਨੇ ਪ੍ਰਵਿੰਦਰ ਕੌਰ ਖਾਲੜਾ ਜੀ। ਪ੍ਰਵਿੰਦਰ ਜੀ, ਸਵਾਗਤ ਹੈ ਤੁਹਾਡਾ। ਕਿਵੇਂ ਹੋ ਤੁਸੀਂ? ਬਿਲਕੁਲ ਕੋਵਿਡ-19 ਚੱਲ ਰਿਹਾ ਹੈਗਾ ਆ, ਕਿਵੇਂ ਚੱਲ ਰਹੀ ਹੈਗੀ ਲਾਈਫ? ਸਾਰੇ ਜਿਸ ਤਰ੍ਹਾਂ ਕੁਆਰੰਟੀਨ 'ਚ ਸਾਰੇ ਘਰਾਂ 'ਚ ਬੈਠੇ ਹੈ, ਸੋ ਵੀ ਆਰ ਆਲਸੋ ਐਟ ਹੋਮ ਬਟ ਵੀ ਆਰ ਵਰਕਿੰਗ ਬਿਕਾਜ਼ ਆਨਲਾਈਨ ਐਜੂਕੇਸ਼ਨ ਚੱਲ ਰਹੀ ਹੈ ਜੀ। ਸੋ ਸਾਡਾ ਸਕੂਲ ਵੀ ਚੱਲ ਰਿਹਾ ਤੇ ਕਾਲਜ ਵੀ ਚੱਲ ਰਿਹਾ। ਰਿਸਪੌਂਸ ਕਿੱਦਾਂ ਆ ਰਿਹਾ ਹੈਗਾ ਹੈ ਆਨਲਾਈਨ ਦਾ? ਕਿਉਂਕਿ ਹੁਣ ਥੋੜਾ ਜਿਹਾ ਮਾਹੌਲ ਡਿਫਰੈਂਟ ਹੋ ਗਿਆ ਨਾ, ਪਹਿਲਾਂ ਅਸੀਂ ਯੂਜ਼ਡ ਟੂ ਨਹੀਂ ਸੀ ਇਦਾਂ ਦੀ ਇਨਵਾਇਰਨਮੈਂਟ ਦੇ, ਰਾਈਟ? ਰਾਈਟ ਇਨ ਦਾ ਬਿਗਨਿੰਗ ਥੋੜੇ ਇਹਦਾ ਰਿਸਪੌਂਸ ਇੰਨਾ ਵਧੀਆ ਨਹੀਂ ਸੀਗਾ, ਲੇਕਿਨ ਹੁਣ ਸਾਰੇ ਹੌਲੀ ਹੌਲੀ ਇਹਨੂੰ ਐਕਸੈਪਟ ਕਰ ਰਹੇ ਨੇ ਤੇ ਬੜਾ ਅੱਛਾ ਰਿਸਪੌਂਸ ਆ ਰਿਹਾ। ਬਿਲਕੁਲ, ਇਹ ਆਪਣਾ ਨਿਊ ਨਾਰਮਲ ਹੈਗਾ ਆ। ਸੋ ਅਸੀਂ ਇਹਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਹ ਜਿਹੜਾ ਸਾਡਾ ਨਵਾਂ ਨਾਰਮਲ ਹੈਗਾ ਆ ਇਹਦੇ 'ਚ ਅਸੀਂ ਐਡਜਸਟ ਹੋ ਸਕੀਏ, ਹੈ ਨਾ। ਸੋ ਅੱਜ ਕੱਲ੍ਹ ਹਰ ਕੋਈ ਘਰ ਦੇ ਵਿੱਚ ਹੈ, ਚਾਹੇ ਕੋਈ ਅਸੀਂ BC ਦੇ ਵਿੱਚ ਲੱਕੀ ਹੈਗੇ ਆ ਕਿ ਸਾਡੇ ਬਹੁਤ ਸਾਰੇ ਬਿਜ਼ਨਸ ਚੱਲ ਰਹੇ ਨੇ, ਪਰ ਜਿਵੇਂ ਅਸੀਂ ਸਕੂਲਸ ਦੀ ਗੱਲ ਕੀਤੀ ਹੈਗੀ ਆ, ਆਨਲਾਈਨ ਸਕੂਲਿੰਗ ਹੋ ਗਈ ਹੈਗੀ ਆ, ਬੱਚੇ ਘਰਾਂ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਪੇਰੈਂਟਸ ਨੂੰ ਜੋ ਇਸ ਗੱਲ ਦੀ ਜੋ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਟੈਨਸ਼ਨ ਹੈ ਕਿ ਬੱਚੇ ਘਰਾਂ ਦੇ ਵਿੱਚ ਨੇ, ਕੋਈ ਮੈਂਟਲ ਦੀਆਂ ਜਿਹੜੀਆਂ ਡਿਸਆਰਡਰਸ ਹੈਗੇ ਨੇ ਉਹਨਾਂ ਦੇ ਬਾਰੇ ਲੋਕ ਚਿੰਤਿਤ ਨੇ। ਪਰ ਬੱਚਿਆਂ ਨੂੰ ਉਹਨਾਂ ਦਾ ਟਾਈਮ ਯੂਟੀਲਾਈਜ਼ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਤੁਹਾਡਾ ਜਿਹੜਾ ਰੋਜ਼ ਦਾ ਕਹਿ ਸਕਦੇ ਹਾਂ ਕਿ ਤੁਸੀਂ ਐਜ਼ ਅ ਟੀਚਰ ਬੱਚਿਆਂ ਦੇ ਨਾਲ ਤੁਹਾਡਾ ਰਾਬਤਾ ਕਾਇਮ ਰਹਿੰਦਾ ਹੈਗਾ ਹੈ। ਸੋ ਯੰਗਸਟਰਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਹੈ ਕੋਵਿਡ-19 ਦੇ ਟਾਈਮ ਦੇ ਵਿੱਚ? ਮੇਰਾ ਜਿਹੜਾ ਜ਼ਿਆਦਾ ਤਾਲੁਕ ਹੈਗਾ ਉਹ
ਨੌਜਵਾਨ ਲੋਕ ਬੱਚਿਆਂ ਨਾਲ ਹੈ ਜਿਹੜੇ ਕਾਲਜ 'ਚ ਪੜ੍ਹਦੇ ਆ ਜਾਂ ਐਡਲਟਸ ਜਿਹੜੇ ਲੈਂਗੁਏਜ ਇੰਸਟੀਟਿਊਟ ਹੈ ਉਹਦੇ 'ਚ ਪੜ੍ਹਨ ਆਉਂਦੇ ਆ ਆਇਲਸ ਔਰ ਹੋਰ ਲੈਂਗੁਏਜ ਪ੍ਰੋਫੀਸ਼ੀਐਂਸੀ ਕੋਰਸਿਸ ਕਰਨ ਆਉਂਦੇ ਆ। ਸੋ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਸਟੂਡੈਂਟਸ ਵੀ ਜਾਂ ਜਿਹੜੇ ਐਡਲਟਸ ਹੈ ਜਿਹੜੇ ਜੌਬ ਤੋਂ ਅੱਜ ਕੱਲ੍ਹ ਉਹਨਾਂ ਨੂੰ ਛੁੱਟੀਆਂ ਤੇ ਘਰਾਂ 'ਚ ਬੈਠੇ ਹੈ। ਪਹਿਲੇ ਤਾਂ ਇਹ ਹੈਗਾ ਕਿ ਉਹਨਾਂ ਦਾ ਰਵੱਈਆ ਬਹੁਤ ਸਾਰੇ ਲੋਕਾਂ ਨੂੰ ਡਿਪਰੈਸ਼ਨ ਹੋ ਰਹੀ ਹੈ ਘਰਾਂ 'ਚ ਬੈਠ ਕੇ, ਹੈ ਨਾ, ਕਿਉਂਕਿ ਇੰਨਾ ਆਸਾਨ ਨਹੀਂ ਹੈ ਘਰ 'ਚ ਬੈਠਣਾ, ਰਾਈਟ। ਜਿਨ੍ਹਾਂ ਦੀ ਇੱਕ ਸਕੈਜੂਅਲ ਬਣੀ ਹੁੰਦੀ ਹੈ ਹਰ ਰੋਜ਼ ਦੀ ਕਿ ਉਹਨਾਂ ਨੇ ਕੰਮ ਤੇ ਜਾਣਾ ਹੈ, ਸਵੇਰੇ ਤਿਆਰ ਹੋਣਾ, ਇੱਕ ਸੋਸ਼ਲ ਸੈਟਅਪ ਦੇ ਵਿੱਚ ਉਹ ਵਿਚਰਦੇ ਹੈ, ਇੱਕ ਵਰਕ ਕੰਮ ਦੇ ਮਾਹੌਲ ਵਿੱਚ ਜਾਂਦੇ ਹੈ, ਹੈ ਨਾ, ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਔਰ ਸਾਰੇ ਘਰਾਂ 'ਚ ਬੈਠੇ ਤਾਂ ਇੱਕ ਵਾਰੀ ਉਹਨਾਂ ਨੂੰ ਬਹੁਤ ਮੁਸ਼ਕਿਲ ਲੱਗਦਾ ਹੈ। ਲੇਕਿਨ ਬਟ ਇਟ ਇਜ਼ ਅ ਬਲੈਸਿੰਗਸ ਇਨ ਡਿਸਗਾਈਜ਼ ਕਿ ਉਹਨਾਂ ਨੂੰ ਟਾਈਮ ਮਿਲ ਰਿਹਾ, ਆਪਣੀ ਫੈਮਿਲੀ ਟਾਈਮ ਮਿਲ ਰਿਹਾ, ਉਹਨਾਂ ਨੂੰ ਆਪਣੇ ਪਰਿਵਾਰ 'ਚ ਟਾਈਮ ਕੁਆਲਿਟੀ ਟਾਈਮ ਸਪੈਂਡ ਕਰਨ ਨੂੰ ਮਿਲ ਰਿਹਾ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਕੁਆਲਿਟੀ ਟਾਈਮ, ਕਿਉਂਕਿ ਇਹ ਟਾਈਮ ਨਾ ਇੱਕ ਪੈਂਡੈਮਿਕ ਹੈਗਾ ਆ, ਗਲੋਬਲ ਪੈਂਡੈਮਿਕ ਹੈਗਾ ਆ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹੀ ਬੈਠੇ ਹੈਗੇ ਆ। ਸੋ ਹਰ ਕੋਈ ਇਸ ਜੋ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ ਹੈਗਾ ਆ। ਸੋ ਅਸੀਂ ਨੈਗੇਟਿਵ ਬਹੁਤ ਹੋ ਰਹੇ ਹਾਂ। ਜਿਵੇਂ ਅਸੀਂ ਗੱਲ ਕੀਤੀ ਸੀ, ਇੱਕ ਸਰਵੇ ਆਇਆ ਹੈਗਾ ਆ ਬਲਵਿੰਦਰ ਜੀ, ਤੁਹਾਨੂੰ ਪਤਾ ਹੋਵੇ ਕੈਨੇਡਾ ਦੇ ਵਿੱਚ ਕਿ 60% ਲੋਕ ਹੈਗੇ ਨਾ ਕੈਨੇਡਾ ਦੇ ਵਿੱਚ, ਉਹ ਵੀ ਜਿਹੜਾ ਕਹਿ ਰਹੇ ਆ ਕਿ ਅਸੀਂ ਬੋਰ ਹੈਗੇ ਆ ਘਰਾਂ ਦੇ ਵਿੱਚ, ਅਸੀਂ ਆਲਰੇਡੀ ਡਿਪਰੈਸ਼ਨ ਦੇ ਵਿੱਚ ਜਾ ਰਹੇ ਹੈਗੇ ਆ। ਸੋ ਉਹਨਾਂ ਨੂੰ ਇੱਦਾਂ ਕਿ ਛੇਤੀ ਤੋਂ ਛੇਤੀ ਬਾਹਰ ਜਾਈਏ, ਪਰ ਜਿਹੜੀਆਂ ਗਵਰਨਮੈਂਟਸ ਹੈਗੀਆਂ ਉਹ ਵੀ ਲੱਗੀਆਂ ਹੋਈਆਂ ਨੇ ਸਾਡੇ ਵਾਸਤੇ ਕਿ ਜੇ ਅਸੀਂ ਬਾਹਰ ਜਾਵਾਂਗੇ ਤਾਂ ਕੋਵਿਡ ਹੋ ਜਾਏਗਾ। ਸੋ ਉਹ ਵੀ ਕੁਝ ਵੀ ਨਹੀਂ ਕਰ ਸਕਦੇ, ਹੈ ਨਾ। ਸੋ ਜਿੱਦਾਂ ਤੁਸੀਂ ਗੱਲ ਕੀਤੀ ਕਿ ਹਰ ਜਿਹੜਾ ਸਾਡਾ ਰੈਗੂਲਰਿਟੀ ਆ ਉਹ ਖਤਮ ਹੋ ਗਈ ਆ। ਅਸੀਂ ਜੋ ਕਿੱਥੇ ਅਸੀਂ ਸਵੇਰੇ ਉੱਠ ਕੇ ਸਾਡਾ ਸਕੈਜੂਲ ਬਣਿਆ ਹੁੰਦਾ ਸੀ ਉਹਦੇ ਹਿਸਾਬ ਨਾਲ ਜਾਂਦੇ ਸੀਗੇ। ਹੁਣ ਬੱਚੇ ਜਿਹੜੇ ਹੈਗੇ ਆ, ਖਾਸ ਕਰਕੇ ਯੰਗ ਜਨਰੇਸ਼ਨ ਜਿਹੜੀ ਘਰਾਂ ਦੇ ਵਿੱਚ ਬੈਠੀ ਹੈਗੀ ਆ, ਸੋ ਉਹ ਕੀ ਕੁਝ ਕਰ ਸਕਦੀ ਆ? ਉਹਨਾਂ ਦੇ ਲਈ ਕਿਹੜੀਆਂ ਆਪਸ਼ਨਸ ਹੋ ਸਕਦੀਆਂ ਨੇ ਕਿ ਉਹ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰ ਸਕਣ? ਬੱਚਿਆਂ ਲਈ, ਯੰਗਸਟਰਸ ਲਈ ਬਹੁਤ ਸਾਰੀਆਂ ਆਪਸ਼ਨਸ ਨੇ। ਬੱਚਿਆਂ ਲਈ ਆਪਸ਼ਨਸ ਘੱਟ ਨੇ ਕਿ ਉਹ ਖੇਲ ਸਕਦੇ ਨੇ ਘਰ ਦੇ ਅੰਦਰ ਹੀ, ਉਹਨਾਂ ਲਈ ਬਾਹਰ ਜਾਣਾ ਵੀ ਮੁਸ਼ਕਿਲ ਹੈ। ਵੱਧ ਤੋਂ ਵੱਧ ਆਪਣੇ ਲੌਨ 'ਚ ਖੇਲ ਸਕਦੇ ਨੇ ਛੋਟੇ ਬੱਚੇ, ਆਪਣੇ ਪੈਰੈਂਟਸ ਦੇ ਨਾਲ ਅੰਦਰ ਬੈਠ ਕੇ ਇਨਡੋਰ ਗੇਮਸ ਖੇਲ ਸਕਦੇ ਨੇ। ਪਰ ਐਡਲਟਸ ਲਈ ਤਾਂ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਲੇਕਿਨ ਮੈਂ ਸ਼ੁਰੂ 'ਚ ਇਹ ਓਬਜ਼ਰਵ ਕੀਤਾ ਕਿ ਜਦੋਂ ਇਹ ਸਟੂਡੈਂਟਸ, ਯੰਗ ਜਨਰੇਸ਼ਨ ਹੈ ਸਾਡੀ, ਇਹ ਘਰਾਂ 'ਚ ਜਦੋਂ ਇਹਨਾਂ ਨੇ ਬੈਠਣਾ ਸ਼ੁਰੂ ਕੀਤਾ ਤਾਂ ਇਹਨਾਂ ਲਈ ਉਹਦੇ 'ਚ ਐਡਜਸਟ ਕਰਨਾ ਔਰ ਇਸ ਗੱਲ ਨੂੰ ਐਕਸੈਪਟ ਕਰਨਾ ਕਿ ਇਹ ਛੁੱਟੀਆਂ ਸਾਨੂੰ ਕਾਹਦੇ ਲਈ ਹੋਈਆਂ, ਰਾਈਟ, ਇਹ ਥੋੜ੍ਹਾ ਮੁਸ਼ਕਿਲ ਸੀਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਇਹ ਸਮਝਣਾ ਪਏਗਾ ਔਰ ਸਮਝਣਾ ਚਾਹੀਦਾ ਹੈ ਕਿ ਇਹ ਛੁੱਟੀਆਂ ਦਾ ਮਤਲਬ ਕੀ ਹੈ, ਰਾਈਟ, ਕਿ ਅਸੀਂ ਇਹਨਾਂ ਨੂੰ ਕਿਸ ਲਈ ਘਰਾਂ 'ਚ ਬਿਠਾਇਆ ਹੋਇਆ ਹੈ ਨਾ। ਮੈਂ ਸੋਚਦੀ ਹਾਂ ਕਿ ਇਹਨਾਂ ਦੀ ਇਹ ਡਿਊਟੀ ਬਣਦੀ ਸਾਡੀ ਯੰਗ ਜਨਰੇਸ਼ਨ ਦੀ ਕਿ ਉਹ ਹੈਲਥ ਕੈਨੇਡਾ ਦੀਆਂ ਵੈਬਸਾਈਟਸ ਨੂੰ ਸਰਚ ਕਰਨ, ਉਹਨਾਂ ਦੇ ਸਾਰੇ ਪ੍ਰੋਗਰਾਮਸ ਦੇਖਣ, ਉਹਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰਨ ਕਿ ਕੀ ਪ੍ਰੀਕਾਸ਼ਨਸ ਸਾਨੂੰ ਕਰਨ ਲਈ ਕਿਹਾ ਹੋਇਆ, ਔਰ ਆਪਣੀ ਸਾਰੀ ਫੈਮਿਲੀ ਨੂੰ ਉਹਦੇ ਤੇ ਅਵੇਅਰ ਕਰਵਾਉਣ, ਉਹਦੇ ਬਾਰੇ ਅਵੇਅਰ ਕਰਵਾਉਣ, ਹੈ ਨਾ। ਸਿਰਫ ਫੈਮਿਲੀ ਨੂੰ ਨਹੀਂ ਬਲਕਿ ਵਰਚੁਅਲੀ ਆਪਣੇ ਫਰੈਂਡਸ ਨੂੰ, ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ, ਔਰ ਜਿੰਨੇ ਲੋਕਾਂ ਨੂੰ ਵੀ ਉਹ ਸੋਸ਼ਲ ਵੈਬਸਾਈਟਸ 'ਤੇ ਮਿਲਦੇ ਨੇ, ਉਹ ਸਾਰਿਆਂ ਨੂੰ ਇਹਦੇ ਬਾਰੇ ਦੱਸਣ ਕਿ ਤੁਸੀਂ ਇਹ ਗਲਤ ਹੈ ਔਰ ਇਹ ਸਹੀ ਹੈ। ਬਿਲਕੁਲ, ਤੁਸੀਂ ਜਿਵੇਂ ਦੱਸਿਆ ਕਿ ਕਿਉਂਕਿ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ ਆ ਜਿਨ੍ਹਾਂ ਨੂੰ ਆਨਲਾਈਨ ਨਹੀਂ ਪਤਾ ਕਿੱਦਾਂ ਜਾਣਾ ਹੈਗਾ ਆ, ਜਾਂ ਹੁਣ ਉਹਨਾਂ ਨੂੰ ਪਤਾ ਤਾਂ ਹੈ ਕੋਵਿਡ ਹੈ, ਪਰ ਹਰ ਰੋਜ਼ ਕੀ ਕੁਝ ਸਾਨੂੰ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ। ਸਾਡੇ ਜੋ ਹੈਲਥ ਆਫੀਸ਼ੀਅਲਸ ਹੈਗੇ ਹਰ ਰੋਜ਼ ਪ੍ਰੈਸ ਬਰੀਫਿੰਗ ਕਰਦੇ ਹੈਗੇ ਆ, ਸਾਨੂੰ ਹਰ ਰੋਜ਼ ਦੱਸਦੇ ਹੈਗੇ ਆ ਕਿ ਕੀ ਕੁਝ ਕੀਤਾ ਜਾਣਾ ਚਾਹੀਦਾ ਹੈਗਾ, ਅਸੀਂ ਕਿਹੜੇ ਲੈਵਲ 'ਤੇ ਪਹੁੰਚ ਗਏ ਹੈਗੇ ਆ। ਸੋ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ। ਸੋ ਕਿਵੇਂ ਉਹ ਹੋਰ ਚੀਜ਼ਾਂ ਦੇ ਨਾਲ ਅਵੇਅਰਨੈਸ ਲਿਆ ਸਕਦੇ ਆ ਕਿਡਸ? ਦੋ ਤਰੀਕੇ ਹੈਗੇ ਨੇ, ਦੋ ਚੀਜ਼ਾਂ ਨੇ। ਦੇਖੋ, ਜਿਹੜੇ ਬਜ਼ੁਰਗ ਘਰਾਂ 'ਚ ਬੈਠੇ ਨੇ ਨਾ, ਉਹਨਾਂ ਨੂੰ, ਜਿਹੜੇ ਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਉਹਨਾਂ ਨੂੰ ਸਾਡੀ ਜ਼ਿੰਮੇਵਾਰੀ ਹੈ, ਨੌਜਵਾਨ ਬੱਚਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਅਵੇਅਰ ਕਰਵਾਉਣ, ਉਹਨਾਂ ਨੂੰ ਦੱਸਣ ਕਿ ਇਹ ਹੱਥ ਇਸ ਤਰ੍ਹਾਂ ਧੋਣੇ ਹੈ, ਵਾਸ਼ ਕਰਨੇ ਹੈ, ਔਰ ਸੋਸ਼ਲ ਡਿਸਟੈਂਸਿੰਗ ਕੀ ਹੈ ਨਾ, ਇਹਨਾਂ ਚੀਜ਼ਾਂ ਬਾਰੇ ਅਵੇਅਰ ਕਰਵਾਉਣ। ਤਾਂ ਲੇਕਿਨ ਮੈਂ ਦੇਖਿਆ ਕੁਛ ਜਗ੍ਹਾ 'ਤੇ ਇਹ ਦੇਖਿਆ ਕਿ ਜਿਹੜੇ ਬੱਚੇ ਘਰਾਂ 'ਚ ਬੈਠੇ ਹੈ, ਇਸ ਟਾਈਮ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹੈ। ਉਹਨਾਂ ਨੂੰ, ਸਾਰੇ ਨਹੀਂ ਲੇਕਿਨ ਬਹੁਤ ਕੁਝ ਜਿਹੜੀ ਬੱਚੇ ਹੈ, ਨੌਜਵਾਨ ਬੱਚੇ ਹੈ, ਉਹ ਇਸ ਸਮੇਂ ਨੂੰ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਰਹੇ।
ਪਾਰਟੀਜ਼ ਕਰ ਰਹੇ ਨੇ ਬਹੁਤ ਸਾਰੇ ਬੱਚੇ, ਐਜ਼ ਯੂ ਨੋ देयर आर सो मैनी एग्जाम्पल्स इन फ्रंट ऑफ यू। ਜਿੱਦਾਂ ਥੋੜੇ ਦਿਨ ਪਹਿਲੇ ਮੈਂ ਵੀ ਆਬਜ਼ਰਵ ਕੀਤਾ ਕਿ ਮੇਰੇ ਹੀ ਘਰ ਦੇ ਆਈ ਮੀਨ ਫਰਸਟ ਫਲੋਰ ਤੇ ਇੱਕ ਫੈਮਿਲੀ ਰਹਿੰਦੀ, ਸਟੂਡੈਂਟਸ ਹੈਗੇ 2 ਔਰ ਇੱਕ ਵਰਕ ਪਰਮਿਟ ਤੇ ਹੈ। ਉਹਨਾਂ ਨੇ ਉਹ ਬੜੀ ਉੱਚੀ ਉੱਚੀ ਰੌਲਾ ਪਾ ਰਹੇ ਸੀ, ਪਾਰਟੀ ਕਰ ਰਹੇ ਸੀਗੇ ਔਰ 911 ਨੂੰ ਕਾਲ ਕਰਨਾ ਪਿਆ ਵੀ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਕੀਤਾ ਉਹਨਾਂ ਨੇ। ਲੇਕਿਨ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਵੀ ਗਿਆ, ਫਿਰ ਵੀ ਬੱਚੇ ਕਈ ਵਾਰੀ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ, ਹੈ ਨਾ। ਤੇ ਬਾਅਦ ਵਿੱਚ ਮੈਂ ਉਹਨਾਂ ਨੂੰ ਬਿਠਾ ਕੇ ਆਰਾਮ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਜੀ ਤੁਹਾਡਾ ਤੇ ਪਰਿਵਾਰ ਹੈਗਾ, ਸਾਡਾ ਤੇ ਇੱਥੇ ਕਿਹੜਾ ਪਰਿਵਾਰ ਹੈ, ਸਾਡੇ ਦੋਸਤ ਹੀ ਹੈ। 10-15 ਦੋਸਤ ਸੀਗੇ ਜਿਹੜੇ ਇਕੱਠੇ ਕਰ ਲਏ, ਉਹਨਾਂ ਦੇ ਨਾਲ ਉਹ ਪਾਰਟੀ ਕਰ ਰਹੇ ਹੈ ਉੱਚੀ ਉੱਚੀ, ਰਾਤੀ 11 ਵਜੇ ਦਾ ਟਾਈਮ ਹੈ, ਇੰਨਾ ਸ਼ੋਰ ਕਰ ਰਹੇ। ਤਾਂ ਮੈਂ ਇਹ ਸੋਚਦੀ ਹਾਂ ਕਿ ਜਿਹਨਾਂ ਘਰਾਂ 'ਚ ਇਹ ਬੱਚੇ ਰਹਿੰਦੇ ਨੇ ਰਾਈਟ, ਚਾਹੇ ਉਹ ਆਪਣੇ ਪੈਰੈਂਟਸ ਤੋਂ ਅਲੱਗ ਹੋ ਕੇ ਰਹਿ ਰਹੇ ਨੇ ਜਾਂ ਸਟੂਡੈਂਟਸ ਨੇ ਜਾਂ ਵਰਕ ਪਰਮਿਟ 'ਤੇ ਨੇ, ਉਹਨਾਂ ਦੀਆਂ ਫੈਮਿਲੀਜ਼ ਦੂਰ ਰਹਿੰਦੀਆਂ ਨੇ, ਦੂਸਰੇ ਦੇਸ਼ਾਂ 'ਚ ਰਹਿੰਦੀਆਂ, ਸਾਰਿਆਂ ਨੂੰ ਜਿੰਨੀਆਂ ਫੈਮਿਲੀਜ਼ ਦੇ ਘਰਾਂ ਵਿੱਚ ਰਹਿੰਦੇ ਨੇ, ਜ਼ਿਆਦਾਤਰ ਸਾਡੇ ਘਰਾਂ 'ਚ ਹੀ ਰਹਿੰਦੇ ਨੇ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਇੱਕ ਫੈਮਿਲੀ ਦੀ ਤਰ੍ਹਾਂ ਸਮਝਣ, ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨ। ਉਹਨਾਂ ਨਾਲ ਕਦੀ ਫੂਡ ਸ਼ੇਅਰ ਕਰ ਸਕਦੇ ਨੇ, ਕਦੀ ਉਹਨਾਂ ਦਾ ਦੁੱਖ ਸੁੱਖ ਪੁੱਛ ਸਕਦੇ ਨੇ, ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਵੀ ਇਹਨਾਂ ਦੀ ਇੱਕ ਫੈਮਿਲੀ ਹੈਗੀ ਆ, ਸਾਡੀ ਵੀ ਇੱਥੇ ਕੋਈ ਫੈਮਿਲੀ ਹੈ। ਸੋ ਦਿਸ ਇਜ਼ ਵਾਟ ਆਈ ਥਿੰਕ ਕਿ ਅਗਰ ਇਹ ਸਮਾਜ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਜਿਹੜੇ ਵੀ ਸਟੂਡੈਂਟਸ ਇੱਦਾਂ ਇਕੱਲੇ ਰਹਿੰਦੇ ਨੇ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਡੋਮੈਸਟਿਕ ਸਟੂਡੈਂਟਸ ਨੇ ਜਾਂ ਹੋਰ ਐਡਲਟਸ ਨੇ ਜਿਹੜੇ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਇੱਕ ਫੈਮਿਲੀ ਮਾਹੌਲ ਦਈਏ। ਪ੍ਰਵਿੰਦਰ ਜੀ, ਤੁਸੀਂ ਜਿਵੇਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸੂੰਗੀ ਕਿ ਬਾਇਲਾਜ਼ ਜਿਹੜੇ ਜਿੱਥੇ ਵੀ ਹੈਗੇ ਨੇ, ਜਿੱਥੇ ਵੀ RCMP ਹੈ, ਹਰ ਕਿਤੇ ਪਾਰਟੀਜ਼ ਬੰਦ ਕੀਤੀਆਂ ਹੋਈਆਂ ਨੇ। ਤੇ ਅਸੀਂ ਖਬਰਾਂ ਵੀ ਸੁਣੀਆਂ ਹੈਗੀਆਂ ਨੇ ਕਿ ਟਿਕਟਸ ਇਸ਼ੂ ਕੀਤੀਆਂ ਗਈਆਂ ਨੇ। ਕਿਸੇ ਵੀ ਪ੍ਰੋਵਿੰਸ 'ਚ ਦੇਖ ਲਓ, ਜੇ ਕੋਈ ਪਾਰਟੀ ਕਰ ਰਿਹਾ ਹੈਗਾ ਤਾਂ ਉਹਨਾਂ ਨੂੰ ਟਿਕਟਿੰਗ ਹੁੰਦੀ ਹੈ, ਚਾਹੇ ਉਹ $700 ਤੋਂ ਅਬਵ $800 ਦੀ। ਸੋ ਅਲੱਗ-ਅਲੱਗ ਟਿਕਟ ਹੈ। ਲੋਕੀ ਬੱਚੇ ਜੋ ਨੇ ਉਹ ਪਲੇਗਰਾਊਂਡਸ ਦੇ ਵਿੱਚ ਖੇਡ ਰਹੇ ਨੇ। ਸੋ ਇੱਥੇ ਪਲੇਗਰਾਊਂਡ ਦੇ ਵਿੱਚ ਖੇਡ ਗਏ ਸੀ, ਉਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ, ਫਿਰ ਕੁਛ ਨੂੰ ਫਾਈਨ ਵੀ ਇਸ਼ੂ ਕੀਤੇ ਗਏ, ਸੋ ਜੋ ਕਿ ਗਲਤ ਹੈ। ਜਿੱਥੇ ਯੰਗ ਜਨਰੇਸ਼ਨ ਨੂੰ, ਚਾਹੇ ਉਹ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਨੇ, ਚਾਹੇ ਉਹ ਸਾਡੇ ਵਰਕ ਪਰਮਿਟ ਤੇ ਆਏ ਨੇ, ਚਾਹੇ ਇੱਥੋਂ ਦੇ ਪਰਮਾਨੈਂਟ ਨੇ, ਇੱਥੋਂ ਦੇ ਬੋਰਨ ਬ੍ਰੌਟ ਅਪ ਨੇ, ਯੰਗਸਟਰ ਦੀ ਕੋਈ ਵੀ ਨਹੀਂ, ਹਾਂਜੀ, ਜਿਹੜੀ ਵੀ ਸੋਚ ਹੈ ਉਹਨਾਂ ਦੀ ਉਹ ਹੈ ਕਿ ਉਹ ਛੋਟੇ, ਉਹ ਜਾਂ ਤਾਂ ਉਹ ਕਹਿ ਸਕਦੇ ਹਾਂ ਕਿ ਆਪਣੇ ਬਚਪਨੇ ਦੇ ਵਿੱਚ ਇਹੋ ਜਿਹਾ ਕੁਛ ਕਰ ਜਾਂਦੇ ਨੇ ਕਿ ਉਹ ਸੋਚਦੇ ਨਹੀਂ ਕਿ ਇਹਦਾ ਸੋਸਾਇਟੀ 'ਤੇ ਕੀ ਅਸਰ ਪਵੇਗਾ। ਸੋ ਹੁਣ ਤੁਸੀਂ ਪਾਰਟੀ ਦੀ ਗੱਲ ਕੀਤੀ ਸੀ, ਇਹ ਜੀ ਐਗਜ਼ਾਮਪਲ ਮੇਰੇ ਕੋਲ ਵੀ ਹੈਗੀ ਹੈ ਕਿ ਇੱਦਾਂ ਦੇ ਬੱਚੇ ਨੇ ਜੋ ਉਹ ਰੌਲਾ ਪਾ ਰਹੇ ਸੀ, ਪਰ ਕਹੇ ਤੇ ਵੀ ਨਹੀਂ ਮੰਨ ਰਹੇ ਸੀ ਕਿ ਤੁਸੀਂ ਕੋਈ ਫੈਮਿਲੀ ਆ ਕੇ ਤੁਹਾਨੂੰ ਸਮਝਾ ਰਹੀ ਹੈ ਕਿ ਤੁਸੀਂ ਨਾ ਇੱਦਾਂ ਦਾ ਕੁਝ ਕਰੋ, ਪਰ ਫਿਰ ਵੀ ਉਹ ਕਰ ਰਹੇ ਨੇ। ਤੇ ਫਿਰ ਬਾਅਦ ਵਿੱਚ 911 ਕਰਕੇ ਵੀ, ਵਾਰਨਿੰਗ ਲੈ ਕੇ ਵੀ ਉਹ ਸਮਝਦੇ ਨਹੀਂ। ਪਰ ਇੱਕ ਇੱਥੇ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਸਾਨੂੰ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਜਿਹੜੇ ਫੈਮਲੀਜ਼ ਤੋਂ ਦੂਰ ਰਹਿ ਰਹੇ ਨੇ, ਉਹਨਾਂ ਨੂੰ ਵੀ ਇਸ ਪੈਂਡੈਮਿਕ 'ਚ ਪੁੱਛਣਾ ਚਾਹੀਦਾ ਨੇ। ਬਹੁਤ ਸਾਰੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਰੋਟੀ ਕਿੱਥੋਂ ਖਾਣੀ ਹੈ। ਸੋ ਇਹ ਚੀਜ਼ਾਂ ਨੇ, ਉਹ ਬੱਚੇ ਜਿਹੜਾ ਟਾਈਮ ਆਪਦਾ ਉਹ ਸਹੀ ਪਾਸੇ ਯੂਟੀਲਾਈਜ਼ ਕਰ ਸਕਦੇ ਨੇ। ਇੱਥੇ ਮੈਂ ਆਪਣੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਵੀ ਦੱਸ ਦੇਵਾਂ ਕਿ ਜੇ ਕਿਸੇ ਕੋਲ ਕੰਮ ਨਹੀਂ ਹੈ ਤੇ ਉਹ ਘਰ ਦੇ ਵਿੱਚ ਹੈ, ਉਹਨਾਂ ਨੂੰ ਫੂਡ ਨਹੀਂ ਮਿਲ ਰਿਹਾ, ਤਾਂ ਗਰੋਸਰੀਜ਼ ਖਾਲਸਾ ਲਾਇਬ੍ਰੇਰੀ ਤੋਂ ਲੈ ਸਕਦੇ ਨੇ। ਤੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੀ ਗਰੋਸਰੀਜ਼ ਦੇ ਰਿਹਾ ਹੈਗਾ ਆ ਫ੍ਰੀ ਆਫ ਕਾਸਟ। ਤਾਂ ਤੁਸੀਂ ਕਾਲ ਕਰ ਸਕਦੇ ਆ, ਸਾਂਝਾ ਟੀਵੀ ਨੂੰ ਕਾਲ ਕਰ ਸਕਦੇ ਆ। ਦੇਸੀ ਬਾਈਟਸ ਹੈ ਰੈਸਟੋਰੈਂਟ, ਉਹ ਫੂਡ ਦੇ ਰਹੇ ਨੇ 4 ਵਜੇ ਤੋਂ ਲੈ ਕੇ 6 ਵਜੇ ਤੱਕ। ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ। ਸੋ ਇੱਕ ਹੱਥ ਵਧਾਵਾਂਗੇ ਤਾਂ 100 ਹੱਥ ਅੱਗੋਂ ਵਧਣਗੇ। ਸੋ ਇੱਕ ਕਦਮ ਅਸੀਂ ਅੱਗੇ ਤੁਰਾਂਗੇ ਤਾਂ 10 ਕਦਮ ਸਾਡੇ ਵੱਲ ਤੁਰ ਕੇ ਆਉਣਗੇ। ਪਰ ਇਹ ਨਹੀਂ ਕਿ ਅਸੀਂ ਸੁਸਾਇਟੀ ਨੂੰ ਖਰਾਬ ਕਰੀਏ, ਅਸੀਂ ਗਾਈਡਲਾਈਨਸ ਨੂੰ ਤੋੜੀਏ। ਸੋ ਇਹ ਹੈ ਕਿ ਯੰਗਸਟਰਸ ਨੂੰ ਆਪਣਾ ਟਾਈਮ, ਜਿਵੇਂ ਤੁਸੀਂ ਕਿਹਾ, ਯੂਟੀਲਾਈਜ਼ ਕਰਨਾ ਚਾਹੀਦਾ, ਪੋਜ਼ਿਟਿਵ ਵੇ ਦੇ ਨਾਲ ਲੈਣਾ ਚਾਹੀਦਾ ਅੱਜ ਕੱਲ੍ਹ ਦੇ ਟਾਈਮ ਨੂੰ, ਕਿ ਅਸੀਂ ਆਪਣੇ ਆਪ ਨੂੰ ਤੇ ਦੂਜਿਆਂ ਦੀਆਂ ਲਾਈਫਸ ਨੂੰ ਕਿਵੇਂ ਸੇਵ ਕਰਨਾ ਹੈਗਾ ਹੈ। ਸੋ ਪੋਜ਼ਿਟਿਵਿਟੀ ਦੀ ਗੱਲ ਹੋ ਰਹੀ ਹੈ। ਸੋ ਪੋਜ਼ਿਟਿਵਿਟੀ ਕਿਵੇਂ ਲੈ ਕੇ ਆ ਸਕਦੇ ਆ? ਜਿਹੜੇ ਅਸੀਂ ਜਿੰਨੇ ਵੀ ਲੋਕ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਇੱਕ ਆਪਟੀਮਿਸਟਿਕ, ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਵਿਚਰਨਾ ਪਏਗਾ ਇਸ ਸਮਾਜ ਵਿੱਚ, ਆਪਣੇ ਘਰ ਵਿੱਚ। ਪੋਜ਼ਿਟਿਵਿਟੀ ਲਿਆਉਣ ਲਈ ਦੇਖੋ, ਆਪਣੀ ਹੌਬੀਜ਼ ਨੂੰ ਕਲਟੀਵੇਟ ਕਰ ਸਕਦੇ ਨੇ, ਇੰਪਰੂਵ ਕਰ ਸਕਦੇ ਨੇ। ਉਹਨਾਂ ਕੋਲ ਪਹਿਲੇ ਕਿਸੇ ਕੋਲ ਟਾਈਮ ਹੀ ਨਹੀਂ ਸੀ ਹੌਬੀਜ਼ ਲਈ, ਹੈ ਨਾ। ਗਾਰਡਨਿੰਗ ਕਰ ਸਕਦੇ, ਪੇਂਟਿੰਗ ਕਰ ਸਕਦੇ ਹੈ, ਮਿਊਜ਼ਿਕ
ਸਿੱਖ ਸਕਦੇ ਆ। ਤੁਸੀਂ ਇੰਟਰਨੈਟ 'ਤੇ ਵੀ ਜਾ ਕੇ ਮਿਊਜ਼ਿਕ ਸਿੱਖ ਸਕਦੇ ਹੋ, ਤੁਹਾਨੂੰ ਪ੍ਰਾਈਵੇਟ ਟਿਊਟਰਸ ਮਿਲ ਜਾਂਦੇ ਨੇ। ਜੇ ਪ੍ਰਾਈਵੇਟ ਟਿਊਟਰਸ ਨਹੀਂ ਹੈ, YouTube 'ਤੇ ਬੜੇ ਸਾਰੇ ਵੈਬੀਨਾਰਸ ਹੁੰਦੇ ਨੇ, ਹੈ ਨਾ, ਜਿਨ੍ਹਾਂ 'ਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਇਹ ਵੈਬੀਨਾਰਸ ਦੇਖ ਸਕਦੇ ਨੇ। ਬਹੁਤ ਸਾਰੀਆਂ ਆਨਲਾਈਨ ਕਲਾਸਿਸ ਵੀ ਨੇ ਜਿਹੜੀਆਂ ਉਹ ਲੈ ਸਕਦੇ ਨੇ, ਫ੍ਰੀ ਕਲਾਸਿਸ ਵੀ ਨੇ ਜਿਨ੍ਹਾਂ ਨੂੰ ਅਵੇਲ ਕਰ ਸਕਦੇ ਨੇ। ਬਹੁਤ ਕੁਝ ਸਿੱਖ ਸਕਦੇ ਨੇ, ਕਈ ਸਕਿੱਲਸ ਨੇ ਜਿਹੜੇ ਬੱਚੇ ਸਿੱਖ ਸਕਦੇ ਨੇ, ਹੈ ਨਾ। ਅਤੇ ਸਾਨੂੰ ਇਸ ਸਮੇਂ ਨੂੰ, ਸਾਡੇ ਨੌਜਵਾਨ ਪੀੜ੍ਹੀ ਨੂੰ ਇਸ ਸਮੇਂ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਯੂਟੀਲਾਈਜ਼ ਕਰਨਾ ਚਾਹੀਦਾ ਹੈ। ਔਰ ਇਹ ਸਮਾਂ ਉਹਨਾਂ ਲਈ ਇੱਕ ਠੀਕ ਹੈ, ਇੱਕ ਮਹਾਂਮਾਰੀ ਦੇ ਦੌਰਾਨ ਮਿਲਿਆ ਹੈ, ਲੇਕਿਨ ਇਹ ਉਹਨਾਂ ਲਈ ਇੱਕ ਗੋਲਡਨ ਚਾਂਸ ਹੈ ਆਪਣੇ ਆਪ ਨੂੰ ਅੱਗੇ ਲਿਆਉਣ ਦਾ। ਜੀ, ਕਿ ਉਹਨਾਂ ਕੋਲ ਇੰਨਾ ਟਾਈਮ ਕਦੀ ਵੀ ਨਹੀਂ ਹੋਇਆ ਜਿਹੜਾ ਅੱਜ ਉਹਨਾਂ ਦੇ ਕੋਲ ਟਾਈਮ ਹੈ ਬੈਠਣ ਲਈ, ਰਾਈਟ। ਸੋ ਉਹਨਾਂ ਨੂੰ ਆਪਣੇ ਸਕਿੱਲਸ ਨੂੰ ਇੰਪਰੂਵ ਕਰਨ ਲਈ ਬਹੁਤ ਸਾਰਾ ਸਮਾਂ ਹੈ ਅਤੇ ਉਹਨੂੰ ਚੰਗੇ ਤਰੀਕੇ ਨਾਲ ਯੂਟੀਲਾਈਜ਼ ਕਰਨਾ ਚਾਹੀਦਾ ਹੈ। ਹਾਂਜੀ, ਅਤੇ ਪੋਜ਼ੀਟਿਵਿਟੀ ਲਿਆਉਣ ਲਈ ਉਹ ਨਾਟ ਓਨਲੀ ਹੌਬੀਜ਼ ਨੂੰ ਡਿਵੈਲਪ ਕਰਨ, ਬਟ ਪ੍ਰੇਅਰ ਕਰ ਸਕਦੇ ਨੇ, ਦੈਨ ਟਾਈਮ ਸਪੈਂਡ ਕਰ ਸਕਦੇ, ਮੈਡੀਟੇਸ਼ਨ ਕਰਕੇ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਦੂਰ ਰੱਖ ਸਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੈਕਟਿਸ ਕਰਨਾ ਜ਼ਰੂਰੀ ਹੈ ਤਾਂ ਕਿ ਫਿਜ਼ੀਕਲੀ ਫਿੱਟ ਹੋਣ ਵਾਸਤੇ ਵੀ ਬੜਾ ਕੁਝ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਟਾਈਮ ਸਾਡੇ ਕੋਲ ਹੁਣ ਬਹੁਤ ਹੋ ਗਿਆ ਹੈਗਾ ਆ, ਚਾਹੇ ਸਾਨੂੰ ਇਸ ਪੈਂਡੈਮਿਕ ਦੇ ਥਰੂ ਮਿਲਿਆ। ਅਸੀਂ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹਾਂ ਕਿ ਅੱਜ ਅਸੀਂ ਆਹ ਕਰਨਾ ਸੀ, ਉਹ ਟਾਈਮ ਨਹੀਂ ਹੈਗਾ। ਮੈਂ ਸਕੂਲ ਜਾਣਾ ਸੀ, ਮੈਂ ਕੰਮ 'ਤੇ ਜਾਣਾ ਸੀ, ਫਿਰ ਮੇਰੇ ਕੋਲ ਟਾਈਮ ਨਹੀਂ ਸੀ, ਮੈਂ ਰੈਸਟ ਵੀ ਕਰਨੀ ਸੀ। ਹੁਣ ਸਾਡੇ ਕੋਲ ਗੋਲਡਨ ਓਪਰਚੁਨਿਟੀ ਹੈ, ਅਸੀਂ ਇਹਨੂੰ ਯੂਟੀਲਾਈਜ਼ ਕਰ ਸਕਦੇ ਹੈਗੇ ਆ। ਬੱਚਿਆਂ ਦੇ ਤੁਸੀਂ ਦੱਸਿਆ ਕਿ ਮੈਡੀਟੇਸ਼ਨ ਕਰ ਸਕਦੇ ਆ, ਯੋਗਾ ਕਰ ਸਕਦੇ ਆ, ਸੋ ਇੱਦਾਂ ਦੀਆਂ ਚੀਜ਼ਾਂ ਆਪਣੀ ਹੈਲਥ ਨੂੰ ਇੰਪਰੂਵ ਕਰ ਸਕਦੇ ਆ। ਵੈਬਸਾਈਟਸ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉਹ ਵੈਬਸਾਈਟਸ 'ਤੇ ਜਾ ਸਕਦੇ ਆ। ਕੁਝ ਕੁ ਵੈਬਸਾਈਟਸ ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਵੈਬਸਾਈਟਸ ਦੇ ਉੱਤੇ ਉਹ ਜਾ ਕੇ ਉਹਨਾਂ ਨੂੰ ਆਪਣਾ ਟਾਈਮ ਯੂਟੀਲਾਈਜ਼ ਕਰ ਸਕਦੇ? ਬਹੁਤ ਸਾਰੀਆਂ ਵੈਬਸਾਈਟਸ ਨੇ, ਮੈਂ ਕੁਝ ਸਟੂਡੈਂਟਸ ਨੂੰ ਦੱਸਣਾ ਚਾਹਾਂਗੀ। ਜਿੱਦਾਂ ਫੋਰ ਐਗਜ਼ਾਮਪਲ ਬੜੇ ਸਾਰੀ ਯੂਨੀਵਰਸਿਟੀਜ਼ ਜਿਹੜੀਆਂ ਉਹਨਾਂ ਨੇ ਉਹ ਵੀ ਸ਼ਾਰਟ ਕੋਰਸਿਸ ਕਰਵਾਉਂਦੇ ਆ, ਫਿਰ ਫ੍ਰੀ ਕੋਰਸਿਸ ਹੈਗੇ ਆ। ਔਰ ਬਹੁਤ ਸਾਰੇ ਹੋਰ ਵੀ ਆਰਗੇਨਾਈਜੇਸ਼ਨਸ ਹੈ, ਇੰਸਟੀਟਿਊਟਸ ਹੈ ਜਿਹੜੇ ਕਲਾਸਿਸ ਲੈ ਰਹੇ ਨੇ ਇੱਦਾਂ। ਬਲਵਿੰਦਰ ਜੀ, ਮੈਂ ਤੁਹਾਨੂੰ ਇੱਥੇ ਰੋਕੂੰਗੀ, ਆਪਣੇ ਕੋਲ ਕਾਲਰ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਜਿਹੜੀ ਵੈਬਸਾਈਟਸ ਆ ਉਹਨਾਂ ਬਾਰੇ ਜਾਣਕਾਰੀ ਲੈਂਦੇ ਆ ਤੁਹਾਡੇ ਤੋਂ। ਸ਼ੋਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਡਮ ਹੁਣੀ ਆਏ ਹੋਏ ਨੇ, ਮੈਂ ਨਾ ਇਹਨਾਂ ਤੋਂ ਪੁੱਛਣਾ ਸੀਗਾ ਜੀ ਵੀ ਜਿੱਦਾਂ ਹੁਣ ਮੇਰਾ ਮੁੰਡਾ ਘਰ ਬੈਠਾ ਹੋਇਆ ਜੀ, ਤੇ ਆਪਾਂ ਉਹਨੂੰ ਜਿਹੜਾ ਹੁਣ ਅਗਲਾ ਕਿਹੜਾ ਮਹੀਨਾ ਹੈਗਾ ਜਿਹਦੇ ਵਿੱਚ ਅਸੀਂ ਉਹਨੂੰ ਐਨਰੋਲ ਕਰ ਸਕਦੇ ਹਾਂ? ਜੀ, ਆਪਾਂ ਇਹਨਾਂ ਤੋਂ ਕੁਐਸਚਨ ਪੁੱਛਦੇ ਹਾਂ। ਸੋ ਤੁਹਾਡੇ ਤੋਂ ਕੁਐਸਚਨ ਹੈ ਕਿ ਅੱਗੇ ਅਸੀਂ ਕਿਹੜੇ ਮਹੀਨੇ ਦੇ ਵਿੱਚ ਇਨਰੋਲ ਕਰ ਸਕਦੇ ਹਾਂ ਬੱਚਿਆਂ ਨੂੰ, ਕਿਉਂਕਿ ਹੁਣ ਤਾਂ ਕੋਈ ਐਡਮਿਸ਼ਨਸ ਨਹੀਂ ਹੋ ਰਹੀਆਂ, ਪਰ ਨੈਕਸਟ ਕਦੋਂ ਤੱਕ ਇਨਰੋਲਮੈਂਟ ਸ਼ੁਰੂ ਹੋ ਸਕਦੀ ਹੈ? ਜਿੰਨੇ ਵੀ ਸ਼ਾਰਟ ਕੋਰਸਿਸ ਨੇ ਉਹਨਾਂ ਦੀਆਂ ਐਨਰੋਲਮੈਂਟ ਦਾ ਜ਼ਿਆਦਾ ਟਾਈਮ ਗੈਪ ਨਹੀਂ ਹੁੰਦਾ। ਮੋਸਟਲੀ ਉਹ ਵੀਕਲੀ ਸ਼ੁਰੂ ਹੁੰਦੇ ਨੇ ਜਾਂ 2 ਵੀਕਸ ਬਾਅਦ ਸ਼ੁਰੂ ਹੁੰਦੇ ਨੇ, ਕੋਈ ਉਹਨਾਂ ਦੀ ਜ਼ਿਆਦਾ ਟਾਈਮ ਲਿਮਿਟੇਸ਼ਨ ਨਹੀਂ ਹੁੰਦੀ। ਔਰ ਇੱਕ ਕੋਹੌਰਟ ਦੀ ਤਰ੍ਹਾਂ ਇਹ ਜ਼ਿਆਦਾਤਰ ਪ੍ਰੋਗਰਾਮਸ ਚੱਲਦੇ ਨੇ। ਕੋਹੌਰਟ ਦਾ ਮਤਲਬ ਹੁੰਦਾ ਹੈ ਕਿ ਉਹ ਕੁਝ ਦਿਨਾਂ ਬਾਅਦ, ਜਿਵੇਂ ਇੱਕ ਕੋਰਸ ਅੱਜ ਸਵੇਰ ਦੀ ਸ਼ਿਫਟ ਦਾ ਅੱਜ ਸ਼ੁਰੂ ਹੋਇਆ, ਫਿਰ ਆਫਟਰਨੂਨ ਦੀ ਸ਼ਿਫਟ ਦਾ ਜਿਹੜਾ ਉਹ ਅਗਲੇ ਹਫਤੇ ਸ਼ੁਰੂ ਹੋਏਗਾ। ਸੋ ਬਹੁਤ ਜ਼ਿਆਦਾ ਟਾਈਮ ਗੈਪ ਨਹੀਂ ਹੁੰਦਾ। ਤਾਂ ਜਿੱਦਾਂ ਤੁਸੀਂ ਕੁਝ ਵੈਬਸਾਈਟਸ ਵੀ ਨੋਟ ਕਰ ਸਕਦੇ ਹੋ, ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਸ ਤਰ੍ਹਾਂ ਦੇ ਕੋਰਸਿਸ ਲੈ ਸਕਦੇ ਨੇ। ਈਵਨ ਇਹਦੇ 'ਚੋਂ ਕੁਝ ਐਡੋਲਸੈਂਟਸ ਵੀ ਹੈਗੇ ਨੇ, ਲਾਈਕ 13, 14, 15 ਸਾਲ ਤੋਂ ਉੱਪਰ ਦੇ ਜਿੰਨੇ ਵੀ ਸਟੂਡੈਂਟਸ ਨੇ ਉਹ ਇਹ ਵਾਲੇ ਕੋਰਸਿਸ ਵਿੱਚੋਂ ਦਾ ਫਾਇਦਾ ਉਠਾ ਸਕਦੇ ਨੇ। ਫੋਰ ਐਗਜ਼ਾਮਪਲ ਹੌਟਸਪੌਟ 'ਤੇ ਵੀ ਹਬਸਪੌਟ 'ਤੇ ਹੈਗੇ ਨੇ ਵੈਬੀਨਾਰਸ ਨੇ। ਈ ਲਰਨਿੰਗ ਇੰਡਸਟਰੀ 'ਤੇ ਪ੍ਰੋਗਰਾਮਸ ਹੈਗੇ ਨੇ ਬਹੁਤ ਸਾਰੇ। ਦੈਨ score.org 'ਤੇ ਨੇ। ਦੈਨ ਕਰੀਅਰ ਕੌਨਫੀਡੈਂਸ਼ੀਅਲ, ਇਹਦੇ 'ਤੇ ਵੀ ਬਹੁਤ ਸਾਰੇ ਛੋਟੇ ਸ਼ਾਰਟ ਕੋਰਸਿਸ ਹੈਗੇ ਨੇ। ਦੈਨ ਹੋਰ ਵੀ ਹੈਗੇ ਵਨ ਰੀਅਲੀ ਇੰਪੋਰਟੈਂਟ ਵੈਬਸਾਈਟ ਦੈਟ ਇਜ਼ coursera.org। ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਨਾਲ ਕਨੈਕਟਡ ਹੈਗੀ ਹੈ। ਔਰ ਅਗਰ ਤੁਸੀਂ ਇਹ ਸ਼ਾਰਟ ਕੋਰਸਿਸ ਦੇ ਸਰਟੀਫਿਕੇਸ਼ਨ ਵੀ ਲੈਣਾ ਚਾਹੁੰਦੇ ਹੋ ਤੇ ਉਹਦੇ ਬਹੁਤ ਨੋਮੀਨਲ ਚਾਰजेस ਨੇ, ਰਾਈਟ। ਇਹਦੇ 'ਚ ਅਰਾਊਂਡ 6000 ਕੋਰਸਿਸ ਨੇ। ਤਾਂ ਅਗਰ ਤੁਸੀਂ ਫ੍ਰੀ ਕਰਦੇ ਹੋ ਉਹ ਵਾਲੇ ਪ੍ਰੋਗਰਾਮਸ, ਯੂ ਡੋਂਟ ਗੈਟ ਅ ਸਰਟੀਫਿਕੇਟ, ਬਟ ਇਫ ਯੂ ਵਾਂਟ ਅ ਸਰਟੀਫਿਕੇਸ਼ਨ ਫॉर द short courses, then you have to deposit some money and very nominal charges are there. For example, $30 a course, $60 a course, like that per month.
ਐਂਡ ਔਨ ਟੌਪ ਆਫ ਇਟ Udacity ਹੈ, edX ਹੈ, ਜਿਵੇਂ FedEx ਹੈ ਦਾ edX ਹੈ, ਰਾਈਟ, ਐਜੂਕੇਸ਼ਨ ਤੋਂ। ਸੋ ਇਹਨਾਂ ਦੇ ਉੱਪਰ ਵੀ ਕੋਰਸਿਸ ਹੈਗੇ ਨੇ। ਅਸੀਂ ਇਹ ਸਾਰੀਆਂ ਵੈਬਸਾਈਟਸ 'ਤੇ ਜਾ ਕੇ ਇਹ ਕੋਰਸਿਸ ਚੈੱਕ ਕਰ ਸਕਦੇ ਹਾਂ ਤੇ ਇਹਨਾਂ ਤੋਂ ਲਾਭ ਉਠਾ ਸਕਦੇ ਹਾਂ। ਹੁਣ ਜਿਹੜੇ ਕੋਰਸਿਸ ਹੈਗੇ ਨੇ ਇਹਨਾਂ 'ਤੇ ਜਿੱਦਾਂ ਫੋਰ ਐਗਜ਼ਾਮਪਲ ਇੰਗਲਿਸ਼ ਦੇ ਵੀ ਕੋਰਸਿਸ ਨੇ, ਕਸਟਮਰ ਸਰਵਿਸ ਦੇ ਕੋਰਸਿਸ ਨੇ, you name a thing and it is there. I mean ਕਿ ਜਿੰਨੇ ਵੀ ਸਕਿੱਲਸ ਹੈਗੇ ਨੇ ਸਟੂਡੈਂਟਸ ਦੇ ਉਹਨਾਂ ਦੇ ਉੱਤੇ ਕਾਫੀ ਕੋਰਸਿਸ ਇਹਨਾਂ ਨੇ ਬੜੀ ਮੈਸਿਵ, ਬੜੇ ਵਾਈਡ ਵੈਰਾਈਟੀ ਆਫ ਕੋਰਸਿਸ ਇਹਨਾਂ ਨੇ ਡਿਵੈਲਪ ਕੀਤੇ ਹੋਏ ਆ। ਬੱਚਿਆਂ ਦੇ ਲਈ ਕੋਰਸਿਸ ਜ਼ਰੂਰੀ ਵੀ ਨੇ ਸਕੂਲ ਦੇ ਵੱਲੋਂ ਵੀ, ਜਿਵੇਂ ਹੁਣ ਸਕੂਲ ਵੀ ਆਨਲਾਈਨ ਕਲਾਸਿਸ ਹੋ ਗਈਆਂ ਨੇ, ਉਹਨਾਂ ਦੇ ਕੋਲੋਂ ਸਕੂਲ ਦੇ ਵੱਲੋਂ ਵੀ ਜਿਹੜੇ ਕੋਰਸਿਸ ਦਿੱਤੇ ਜਾ ਰਹੇ ਨੇ ਉਹਨਾਂ ਨੂੰ। ਪਰ ਹੁਣ ਜੇ ਗੱਲ ਕਰਦੇ ਹਾਂ ਅਸੀਂ ਬੱਚਿਆਂ ਦੀ ਜਿਨ੍ਹਾਂ ਦੇ ਕੋਲੇ ਇੰਨਾ ਕੁਛ ਨਹੀਂ ਹੈਗਾ ਕੋਰਸਿਸ ਲੱਭਣ ਨੂੰ, ਕਈਆਂ ਕੋਲ ਇੰਟਰਨੈਟ ਦੀ ਫੈਸਿਲਿਟੀ ਇੰਨੀ ਨਹੀਂ ਹੈਗੀ ਗੀ। ਅਸੀਂ ਚਾਹੇ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਪਰ ਅਸੀਂ ਬਹੁਤ ਸਾਰੇ ਬੱਚੇ ਦੇਖੇ ਆ ਜਿਹੜੇ ਕਹਿ ਰਹੇ ਕਿ ਸਾਡੇ ਕੋਲ ਇੰਟਰਨੈਟ ਫੈਸਿਲਿਟੀ ਨਹੀਂ ਹੈਗੀ। ਅਸੀਂ ਕਿਤੇ ਜਾ ਕੇ ਅੱਗੇ ਪਹਿਲਾਂ ਇੰਟਰਨੈਟ ਲੈਂਦੇ ਸੀ ਤਾਂ ਅਸੀਂ ਕਿਤੇ ਟਿਮ ਹੋਟਨਸ ਤੇ ਜਾ ਕੇ ਜਾਂ ਕਿਤੇ ਅਸੀਂ ਲਾਇਬ੍ਰੇਰੀ ਤੇ ਜਾ ਕੇ ਯੂਜ਼ ਕਰਦੇ ਸੀਗੇ, ਤੇ ਸਾਡੇ ਕੋਲ ਤਾਂ ਕੁਝ ਹੁਣ ਰਹਿ ਹੀ ਨਹੀਂ ਗਿਆ। ਲਾਇਬ੍ਰੇਰੀ ਦੇ ਵਿੱਚੋਂ ਬੁੱਕਸ ਨਹੀਂ ਇਸ਼ੂ ਕਰਵਾ ਸਕਦੇ। ਸੋ ਉਹਨਾਂ ਦੇ ਲਈ ਵੀ ਕੋਈ ਟਿਪਸ ਹੈਗੇ ਤੁਹਾਡੇ ਕੋਲ? ਜਿਨ੍ਹਾਂ ਦੇ ਕੋਲ ਮੈਨੂੰ ਲੱਗਦਾ ਕਿ ਬਹੁਤ ਹੀ ਕੋਈ ਰੇਅਰ ਹੋਣਗੇ ਜਿਨ੍ਹਾਂ ਕੋਲ ਇੰਟਰਨੈਟ ਫੈਸਿਲਿਟੀਜ਼ ਨਹੀਂ ਹੈ, ਕਿਉਂਕਿ ਇਹ ਇੱਕ ਟੈਕਨੋਲੋਜੀ ਦਾ ਯੁੱਗ ਹੈ ਜਿਹਦੇ 'ਚ ਮੈਂ ਦੇਖਿਆ ਹਰ ਕੋਈ ਇੱਕ ਫੋਨ ਕੈਰੀ ਕਰ ਰਿਹਾ ਹੈ ਨਾ। 13-14 ਸਾਲ ਦੇ ਬੱਚੇ ਵੀ ਫੋਨ ਕੈਰੀ ਕਰ ਰਹੇ ਨੇ ਤੇ ਉਹਨਾਂ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ, ਇੰਟਰਨੈਟ ਦੀ ਸੇਵਾ ਹੈਗੀ ਹੈ। ਲੇਕਿਨ ਅਗਰ ਜਿਨ੍ਹਾਂ ਕੋਲ ਨਹੀਂ ਹੈ, ਉਹਨਾਂ ਦੇ ਘਰ 'ਚ ਉਹਨਾਂ ਦੇ ਪੈਰੈਂਟਸ ਕੋਲ ਜਾਂ ਉਹ ਆਪਣੀ ਫੈਮਿਲੀ 'ਚੋਂ ਕਿਸੇ ਦਾ ਵੀ ਫੋਨ ਜਾਂ ਆਈਪੈਡ ਜਾਂ ਕੰਪਿਊਟਰ ਲੈ ਕੇ ਉਹਨੂੰ ਯੂਟੀਲਾਈਜ਼ ਕਰ ਸਕਦੇ ਨੇ। ਲੇਕਿਨ ਜਿਹੜੇ ਆਨਲਾਈਨ ਕੋਰਸਿਸ ਨੇ ਉਹ ਵਿਦਆਊਟ ਟੈਕਨੋਲੋਜੀ ਮੀਡੀਆ it's not possible। ਹਾਂਜੀ, ਸੋ ਜਾਂ ਉਹ ਬੁੱਕਸ ਜ਼ਰੂਰ ਪੜ੍ਹ ਸਕਦੇ ਨੇ ਜੀ, ਹੈ ਨਾ, ਆਪਣੇ ਕੋਰਸਿਸ ਦੀਆਂ ਬੁੱਕਸ ਨੂੰ ਪੜ੍ਹ ਸਕਦੇ ਨੇ, ਐਡਵਾਂਸ ਕੋਰਸਿਸ ਕਰ ਸਕਦੇ ਨੇ। ਸੋ ਬੁੱਕਸ ਦਾ ਵੀ ਹੋ ਸਕਦਾ ਹੈ। ਸਿਰਫ ਜਿਵੇਂ ਅਸੀਂ ਕਿਹਾ ਸੀਗਾ ਕਿ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਤੋਂ ਉੱਦਾਂ ਹੀ ਦੂਰ ਹੋ ਜਾਈਏ। ਫਿਜ਼ੀਕਲ ਡਿਸਟੈਂਸ ਸਾਨੂੰ ਰੱਖਣ ਦੀ ਲੋੜ ਹੈਗੀ ਹੈ, ਸੋਸ਼ਲੀ ਸਾਨੂੰ ਕਨੈਕਟ ਹੋਣ ਦੀ ਲੋੜ ਹੈਗੀ ਹੈ ਫॉर ਦ ਟਾਈਮ, ਕਿ ਅਸੀਂ ਸੋਸ਼ਲੀ ਇੱਕ ਦੂਜੇ ਨਾਲ ਕਨੈਕਟ ਹੋਈਏ। ਅਸੀਂ ਸਾਡੇ ਘਰ ਦੇ ਵਿੱਚ ਜੇ ਬਜ਼ੁਰਗ ਹੈਗੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ, ਉਹਨਾਂ ਤੋਂ ਉਹਨਾਂ ਦੀਆਂ ਸਟੋਰੀਜ਼ ਵੀ ਸੁਣ ਸਕਦੇ ਹਾਂ ਇਫ ਆਈ ਐਮ ਨਾਟ ਰੋਂਗ। ਸੋ ਇੱਦਾਂ ਦਾ ਕੁਛ ਅਸੀਂ ਜਰਨਲ ਨੌਲੇਜ ਆਪਣੀਆਂ ਰੂਟਸ ਦੇ ਨਾਲ ਕਨੈਕਟ ਹੋ ਸਕਦੇ ਹਾਂ, ਕਿ ਅਸੀਂ ਆਪਣੇ ਕਲਚਰ ਬਾਰੇ ਜਾਣਕਾਰੀ ਲੈ ਸਕਦੇ ਹਾਂ ਕਿ ਸਾਡਾ ਕਲਚਰ ਕਿੱਦਾਂ ਦਾ ਸੀਗਾ। ਸੋ ਬਹੁਤ ਕੁਛ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਬਹੁਤ ਕੁਝ ਚੀਜ਼ਾਂ ਹੋਰ ਦਿਮਾਗ ਦੇ ਵਿੱਚ ਆ ਰਹੀਆਂ ਨੇ ਕਿ ਯੂਥ ਕੀ ਕੁਝ ਕਰ ਸਕਦਾ। ਇਹ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਨੂੰ ਪੁੱਛਣਾ ਸੀਗਾ ਵੀ ਜਿਹੜੇ ਹੁਣ ਇੱਥੇ ਕੋਰਸ ਕਰ ਰਹੇ ਨੇ ਉਹਨਾਂ ਕੋਲ ਕੋਈ ਡਿਪਲੋਮਾ ਕੋਰਸਿਸ ਵੀ ਹੈਗੇ ਨੇ? ਜੀ, ਥੈਂਕ ਯੂ ਜੀ। ਕੁਐਸਚਨ ਦੇ ਲਈ ਅਸੀਂ ਪੁੱਛਦੇ ਹਾਂ। ਹਾਂਜੀ, ਉਹ ਇਹ ਵਾਲੀਆਂ ਤੁਸੀਂ ਵੈਬਸਾਈਟਸ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਮੇਰੇ ਖਿਆਲ ਨਾਲ ਡਿਪਲੋਮਾ ਕੋਰਸਿਸ ਨਹੀਂ, ਅਪ ਟਿਲ 2 to 3 ਮੰਥਸ ਤੱਕ ਦੇ ਕੋਰਸਿਸ ਹੈਗੇ ਨੇ ਇਹ ਸਾਰੇ। ਕੋਈ ਮੰਥਲੀ ਹੈ, ਕੋਈ 2 ਮੰਥਸ ਦਾ ਹੈ ਜਾਂ 3 ਮੰਥਸ ਦਾ ਹੈ। ਨੋਰਮਲੀ ਇਹ ਜਿਹੜੇ ਕੋਰਸਿਸ ਹੈਗੇ ਨੇ 20 ਆਵਰਸ ਅ ਵੀਕ ਹੈ ਜਾਂ 30 ਆਵਰਸ ਅ ਵੀਕ ਹੈ। ਅਗਰ ਇਸ ਤੋਂ ਜ਼ਿਆਦਾ ਅਗਰ ਹੋ ਜਾਂਦਾ ਤੇ ਉਹ ਫਿਰ ਫੁੱਲ ਟਾਈਮ ਕੋਰਸਿਸ ਹੁੰਦੇ ਨੇ। So they don't have full-time courses, they have part-time courses. So that ਕਿ ਜਿਹੜਾ ਸਾਡਾ ਟਾਈਮ ਹੈਗਾ ਅਸੀਂ ਉਹਨੂੰ ਯੂਟੀਲਾਈਜ਼ ਕਰ ਸਕੀਏ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਇਹ ਦੱਸ ਸਕਦੇ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਆ ਇਸ ਵੈਬਸਾਈਟਸ ਦੇ ਅੰਦਰ? ਇਹਨਾਂ ਦੇ ਅੰਦਰ ਕਰੀਅਰ ਡਿਵੈਲਪਮੈਂਟ ਦੇ ਪ੍ਰੋਗਰਾਮਸ ਹੈਗੇ ਨੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ ਨੇ, ਔਰ ਲੀਡਰਸ਼ਿਪ ਕੋਰਸਿਸ ਹੈਗੇ ਨੇ, ਸੇਲਸ ਐਂਡ ਮਾਰਕੀਟਿੰਗ ਤੇ, ਡਿਜੀਟਲ ਮੀਡੀਆ ਤੇ, ਜਿਹੜਾ ਅੱਜ ਕੱਲ੍ਹ ਦਾ ਟਰੈਂਡ ਚੱਲ ਰਿਹਾ ਡਿਜੀਟਲ ਮੀਡੀਆ ਦਾ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿੱਦਾਂ ਕਰ ਸਕਦੇ ਹੋ, ਗੂਗਲ ਐਨਾਲਿਟਿਕਸ 'ਤੇ ਹੈ, ਗੂਗਲ ਐਡਸ ਦੇ ਉੱਤੇ ਕਿੱਦਾਂ ਤੁਸੀਂ ਉਹ ਬਣਾ ਸਕਦੇ ਹੋ। ਦੈਨ ਇਹਨਾਂ ਸਾਰੇ ਚੀਜ਼ਾਂ ਲਈ ਕਾਫੀ ਪ੍ਰੋਗਰਾਮਸ ਹੈਗੇ ਨੇ, ਸੋ ਜਿਹੜੇ ਤੁਸੀਂ ਲੈ ਸਕਦੇ ਹੋ। ਸੋ ਇੰਟਰਸਟ ਤੇ ਹੈ ਕਿ ਤੁਸੀਂ ਇੰਟਰਸਟ ਕਿਹੜੀ ਚੀਜ਼ 'ਚ ਲੈ ਰਹੇ ਹੈਗੇ ਆ। ਇੰਟਰਸਟ ਨੂੰ ਪਹਿਲਾਂ ਸਾਨੂੰ ਆਪਣੇ ਆਪ ਨੂੰ ਦੇਖਣਾ ਪੈਣਾ ਹੈ ਕਿ ਸਾਨੂੰ ਇੰਟਰਸਟ ਕਿਹੜੀ ਚੀਜ਼ ਦੇ ਵਿੱਚ, ਕਿਉਂਕਿ ਹਰ ਇੰਡੀਵਿਜੂਅਲ ਦਾ ਡਿਫਰੈਂਟ ਇੰਟਰਸਟ ਹੈਗਾ ਆ। ਕਿਸੇ ਨੂੰ ਗਾਰਡਨਿੰਗ ਦਾ ਸ਼ੌਂਕ ਹੈਗਾ ਹੈ, ਕਿਸੇ ਨੂੰ ਜਿੱਦਾਂ ਤੁਸੀਂ ਕਿਹਾ ਕਿ ਗੂਗਲ ਐਡਸ ਵਗੈਰਾ ਦੇਖਣ ਦਾ, ਕਿਸੇ ਨੂੰ ਮਤਲਬ ਬਹੁਤ ਸਾਰਿਆਂ ਦੇ ਅਲੱਗ-ਅਲੱਗ ਹੌਬੀਜ਼ ਹੈਗੀਆਂ। ਹੌਬੀਜ਼ ਦੇ ਵਿੱਚ ਕਿੱਦਾਂ ਇੰਪਰੂਵਮੈਂਟ ਕਰ ਸਕਦੇ ਨੇ? ਹੌਬੀਜ਼ 'ਚ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿੱਦਾਂ ਕੋਈ ਮਿਊਜ਼ਿਕ ਹੈ, ਹੁਣ ਮਿਊਜ਼ਿਕ ਦੇ ਤੁਸੀਂ ਅਗਰ ਇੱਕ ਸੌਂਗ ਹੀ ਲੈ ਲਓ
ਜਾਂ ਇੱਕ ਸ਼ਬਦ ਹੈ, ਕੋਈ ਵੀ ਭਜਨ ਹੈ, ਵਟਐਵਰ, ਅਗਰ ਤੁਸੀਂ ਉਹਨੂੰ ਪੰਚ ਕਰਕੇ ਉਹਨੂੰ ਦੇਖੋ, ਗੂਗਲ ਤੇ ਜਾਓ, ਸਰਚ ਕਰੋ, ਬਰਾਊਜ਼ ਕਰੋ, ਤਾਂ ਤੁਸੀਂ ਦੇਖੋਗੇ ਕਿ ਉਹ ਹਾਰਮੋਨੀਅਮ ਤੇ ਕਿਸ ਤਰ੍ਹਾਂ ਉਹਦੀ ਤਰਜ਼ ਨੂੰ ਕੱਢਣਾ ਹੈ, ਇਹ ਵੀ ਸਿਖਾਇਆ ਗਿਆ। ਮੇਰੀ ਬੇਟੀ ਵੱਡੀ ਬੇਟੀ ਡੈਂਟਿਸਟ ਹੈ, ਔਰ ਕੁਝ ਦਿਨਾਂ ਤੋਂ, ਬਿਕੋਜ਼ ਡੈਂਟਿਸਟ ਆਰ ਨਾਟ ਵਰਕਿੰਗ ਨਾਓ ਏ ਡੇਜ਼, ਰਾਈਟ, ਦੇ ਆਰ ਸਿਟਿੰਗ ਹੋਮ, ਐਂਡ ਆਈਡੀਅਲੀ ਮੈਂ ਬੜੀ ਹੈਰਾਨ ਹੋਈ ਦੇਖ ਕੇ ਕਿ ਉਹਨੇ ਪੇਂਟਿੰਗ ਕਰਨਾ ਸਿੱਖ ਲਿਆ। ਉਹ ਅੱਜ ਕੱਲ੍ਹ ਰੋਜ਼ ਇੱਕ ਨਵੀਂ ਪੇਂਟਿੰਗ ਬਣਾ ਰਹੀ ਹੈ, ਔਰ ਮੈਂ ਸੋਚ ਰਹੀ ਸੀ ਤੂੰ ਕਿੱਥੋਂ ਸਿੱਖ ਰਹੀ ਹੈ ਪੇਂਟਿੰਗ ਕਰਨਾ। ਉਹ ਡਾਲਰ ਸਟੋਰ ਤੋਂ ਕਲਰਸ ਲੈ ਕੇ ਆਈ ਔਰ ਬੜੀਆਂ ਅੱਛੀਆਂ ਪੇਂਟਿੰਗਸ ਬਣਾ ਰਹੀ ਹੈ। ਮੈਂ ਧਿਆਨ ਨਾਲ ਦੇਖਿਆ ਤਾਂ YouTube ਨੂੰ ਖੋਲ ਕੇ ਬੈਠੀ ਹੈ, ਔਰ ਉਹ ਬਿਲਕੁਲ ਉਹਨੂੰ ਬਰਸ਼ ਕਿੱਦਾਂ ਚਲਾਉਣਾ ਹੈ, ਕਲਰ ਕੰਬੀਨੇਸ਼ਨ, ਇੱਕ ਚੀਜ਼ ਉਹ ਟਿਊਟੋਰੀਅਲਸ ਨੇ ਜਿਹੜੇ ਉਹ ਸਿਖਾ ਰਹੇ ਹੈ, ਐਂਡ ਸ਼ੀ ਹੈਜ਼ ਲਰਨਡ really a good art, I would say. So ਇੰਟਰਸਟ ਦੀ ਗੱਲ ਹੈ ਕਿ ਉਹਨਾਂ ਦਾ ਇੰਟਰਸਟ ਸੀ, ਪਰ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਕਿਤੇ। ਹੁਣ ਸਾਡੇ ਕੋਲ ਟਾਈਮ ਹੈ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸੋ ਪਰਵਿੰਦਰ ਜੀ, ਤੁਹਾਡੇ ਨਾਲ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਬ੍ਰੇਕ ਲਾ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਸ਼ੋਰ। ਬਿਲਕੁਲ ਜੀ, ਪਰਵਿੰਦਰ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ, ਜਿਹੜੇ ਸਾਨੂੰ ਦੱਸ ਰਹੇ ਕਿ ਯੂਥ ਆਪਣਾ ਟਾਈਮ ਕਿਵੇਂ ਯੂਟਿਲਾਈਜ਼ ਕਰ ਸਕਦੀ ਹੈ, ਕਿਉਂਕਿ ਯੂਥ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਬੈਠੇ ਨੇ, ਤੇ ਘਰਾਂ ਦੇ ਵਿੱਚੋਂ ਕਿਵੇਂ ਉਹਨਾਂ ਨੂੰ ਬਾਹਰ ਤਾਂ ਨਹੀਂ ਜਾ ਸਕਦੇ, ਪਰ ਘਰਾਂ ਦੇ ਵਿੱਚੋਂ ਕਿਵੇਂ ਇੰਟਰਸਟਿੰਗ ਚੀਜ਼ਾਂ ਕਰ ਸਕਦੇ ਨੇ, ਕਿਹੜੇ ਕੋਰਸਿਸ ਲੈ ਸਕਦੇ ਨੇ। ਇਹਨਾਂ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਇਦਾਂ ਹੀ ਜਾਰੀ ਰੱਖਾਂਗੇ, ਪਰ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੀ ਵਿਲ ਬੀ ਰਾਈਟ ਬੈਕ ਆਫਟਰ ਅ ਕੈਨੇਡਾ ਡਰਾਈ ਸ਼ਾਰਟ ਬ੍ਰੇਕ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ, ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਵੈਲਕਮ ਬੈਕ ਆਫਟਰ ਅ ਕੈਨੇਡਾ ਡਰਾਈ ਸ਼ਾਰਟ ਬ੍ਰੇਕ ਮੇਡ ਫਰੋਮ ਰੀਅਲ ਜਿੰਜਰ। ਤੇ ਅੱਜ ਗੱਲਬਾਤ ਹੋ ਰਹੀ ਹੈ ਮਿਸ ਪਰਵਿੰਦਰ ਕੌਰ ਕਾਲਰਾ ਜੀ ਦੇ ਨਾਲ, ਜਿਹੜੇ ਸਾਨੂੰ ਯੂਥ ਪ੍ਰੋਗਰਾਮ ਦੇ ਬਾਰੇ ਦੱਸ ਰਹੇ ਨੇ ਕਿ ਯੂਥ ਕੀ ਕੁਝ ਕਰ ਸਕਦੇ ਨੇ ਕੋਵਿਡ-19 ਦੇ ਦਿਨਾਂ ਦੇ ਵਿੱਚ, ਕਿਉਂਕਿ ਲੋਕ ਘਰਾਂ ਦੇ ਵਿੱਚ ਨੇ, ਖਾਸ ਕਰਕੇ ਬੱਚੇ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਇਸ ਟਾਈਮ ਨੂੰ ਕਿਸ ਤਰ੍ਹਾਂ ਯੂਟੀਲਾਈਜ਼ ਕਰ ਸਕਦੀ ਹੈ। ਤੇ ਇਹ ਆਪ ਇੱਕ ਬਿਜ਼ਨਸ ਵੂਮਨ ਵੀ ਨੇ, ਪ੍ਰਿੰਸੀਪਲ ਵੀ ਨੇ, ਇਹਨਾਂ ਦੇ ਗੁਰੂ ਲਰਨਿੰਗ ਇੰਸਟੀਚਿਊਟ ਹੈ, ਆਸਕਰ ਇੰਟਰਨੈਸ਼ਨਲ ਕਾਲਜ ਹੈ। ਸੋ ਖੁਦ ਇਹ ਕਿੱਦਾਂ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਉਹਦੇ ਬਾਰੇ ਵੀ ਥੋੜ੍ਹੀ ਬਹੁਤ ਨੌਲੇਜ ਇਹਨਾਂ ਤੋਂ ਲੈ ਲੈਂਦੇ ਆ। ਸੋ ਪਰਵਿੰਦਰ ਜੀ, ਜਿਵੇਂ ਯੂਥ ਦੇ ਬਾਰੇ ਦੱਸਿਆ, ਬਹੁਤ ਤੁਹਾਨੂੰ ਪਤਾ ਹੈਗਾ ਕਿ ਯੂਥ ਦੇ ਨਾਲ ਤੁਸੀਂ ਡੀਲ ਕਰਦੇ ਹੈਗੇ ਆ ਕਿ ਯੂਥ ਨੂੰ ਕੀ ਕੁਝ ਕਰਨਾ ਚਾਹੀਦਾ, ਕਿਹੜੇ ਪ੍ਰੋਗਰਾਮਸ ਦੇ ਵਾਸਤੇ ਜਾਣਾ ਚਾਹੀਦਾ ਹੈਗਾ ਆ, ਪਰ ਤੁਸੀਂ ਖੁਦ ਕਿਵੇਂ ਸਟਾਰਟਿੰਗ ਕੀਤੀ ਆਪਣੀ ਜਰਨੀ? ਮੈਂ 2007 ਚ ਕੈਨੇਡਾ ਆਈ। I was a principal in an institute back home. पहले मैं इंग्लिश की प्रोफेसर सीगी, बाद विच प्रिंसिपल बनी, और 2007 च मैं इत्थे लैंड कीती। मेरे नाल मेरे I have 3 children, but मेरे 2 छोटे बच्चे आए। वड्डी बेटी मेरी डेंटिस्ट्री च उन्होंने एडमिशन मिल गई सी उस साल, तो उन्हें डिसाइड किया कि मैं उत्थे रह के अपनी डेंटिस्ट्री नूं कंप्लीट करके फिर बाद विच इत्थे दी जर्नी शुरू करांगी। तो शुरू च जर्नी बहुत हार्ड रही, जिद्दां हर एक इमिग्रेंट ਲਈ ਰਹਿੰਦੀ ਹੈ, बट मैं सोच के आई सी कि कम वॉट मे आई विल डू इट, एंड परमात्मा ਦੀ ਕਿਰਪਾ ਹੋਈ, ਵਾਹਿਗੁਰੂ ਜੀ ਦੀ, ਐਂਡ आई was able to do it। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਕਿਡਸ ਵੀ ਸੀਗੇ ਤੇ ਤੁਸੀਂ ਆਏ ਵੀ ਇੱਥੇ, ਤੇ ਕਿਡਸ ਦੇ ਨਾਲ ਇੱਕ ਡਿਫਰੈਂਟ ਇਨਵਾਇਰਨਮੈਂਟ, ਨਵਾਂ ਇਨਵਾਇਰਨਮੈਂਟ, ਨਵੇਂ ਰੂਲਸ ਐਂਡ ਰੈਗੂਲੇਸ਼ਨਸ, ਸਭ ਕੁਝ ਨਵਾਂ। ਤੁਸੀਂ ਕਿਸੇ ਨੂੰ ਇੰਨਾ ਜ਼ਿਆਦਾ ਜਾਣਦੇ ਵੀ ਨਹੀਂ ਹੈਗੇ, ਤੁਹਾਨੂੰ ਪਤਾ ਨਹੀਂ ਸਿਸਟਮ ਕਿੱਦਾਂ ਵਰਕ ਕਰਦਾ, ਸਿਸਟਮ ਦੇ ਵਿੱਚ ਆਉਣ ਨੂੰ ਕਿੰਨਾ ਟਾਈਮ ਲੱਗਿਆ। ਗੁਰੂ ਲਰਨਿੰਗ ਇੰਸਟੀਚਿਊਟ ਤੁਸੀਂ ਸਟਾਰਟ ਕੀਤਾ, ਸੋ ਆਪਣੇ ਇੱਥੇ ਆਉਣ ਤੋਂ ਬਾਅਦ ਗੁਰੂ ਲਰਨਿੰਗ ਇੰਸਟੀਚਿਊਟ ਦਾ ਆਈਡੀਆ ਕਿੱਦਾਂ ਆਇਆ, ਕਿਹੜੀ ਸਟਰਗਲ ਕਰਨੀ ਪਈ? ਜਦੋਂ ਮੈਂ ਇੱਥੇ ਆਈ, ਸਭ ਤੋਂ ਪਹਿਲਾਂ ਮੈਨੂੰ ਵੀ ਐਜ਼ ਯੂਜੂਅਲ ਸਾਰੇ ਸੈਟਲਮੈਂਟ ਹੋਣ ਵਾਸਤੇ, ਸੈਟਲਮੈਂਟ ਲਈ ਸਾਰੇ ਹੀ ਔਰ ਜੌਬਸ ਕਰਦੇ ਨੇ। ਮੈਂ ਵੀ ਉਸ ਟਾਈਮ 'ਤੇ ਆਫਿਸਿਸ 'ਚ ਜੌਬਸ ਮਿਲ ਜਾਂਦੀਆਂ ਸੀ, ਐਂਡ ਆਈ ਹੈਡ ਆਫਿਸ ਸਕਿੱਲਸ। ਸੋ ਮੈਂ ਇੱਕ ਆਫਿਸ 'ਚ ਕੰਮ ਕੀਤਾ, ਕਸਟਮਰ ਸਰਵਿਸ 'ਚ ਮੈਂ 1.5 ਸਾਲ ਕੰਮ ਕੀਤਾ ਤਕਰੀਬਨ। ਉਸ ਤੋਂ ਬਾਅਦ ਫਿਰ 2008 ਸੈਪਟੈਂਬਰ ਤੋਂ ਬਾਅਦ ਜਦੋਂ ਕਾਫੀ ਰਿਸੈਸ਼ਨ ਆ ਗਈ 2009 ਦੀ ਬਿਗਨਿੰਗ 'ਚ, ਤਾਂ ਮੈਂ ਵੀ ਲੇ ਆਫ 'ਤੇ ਚਲੀ ਗਈ। ਉਹਦੇ ਦੌਰਾਨ ਮੈਂ ਸੋਚਿਆ ਕਿ ਆਪਣੀ ਐਜੂਕੇਸ਼ਨ ਨੂੰ ਮੈਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ ਤਾਂ ਕਿ ਮੈਂ ਆਪਣੇ ਪ੍ਰੋਫੈਸ਼ਨ 'ਚ ਵਾਪਸ ਆ ਸਕਾਂ। ਫਿਰ ਮੈਂ ਨਾਲ ਆਪਣਾ ਪੜ੍ਹਨਾ ਸ਼ੁਰੂ ਕੀਤਾ, ਤਾਂ ਬੜੀ ਜਲਦੀ ਮੈਂ ਆਪਣੀ ਟੀਚਰ ਟ੍ਰੇਨਿੰਗ ਕਰ ਲਿੱਤੀ ਦੁਬਾਰਾ।
ਫਿਰ ਮੈਂ ਜੌਬ ਕਰਨ ਲਈ ਸੋਚਿਆ, ਬਟ ਮੈਂ ਬਿਕੋਜ਼ ਪਹਿਲੇ ਐਡਮਿਨਿਸਟ੍ਰੇਸ਼ਨ 'ਚ ਰਹੀ ਸੀ ਤਾਂ ਮੇਰਾ ਧਿਆਨ ਇਸ ਤਰ੍ਹਾਂ ਹੀ ਸੀਗਾ, ਬਿਕੋਜ਼ ਮੈਂ ਪਹਿਲੇ ਵੀ ਸਕੂਲ ਚਲਾਉਣਾ ਆਉਂਦਾ ਸੀ। ਸੋ ਐਡਮਿਨਿਸਟ੍ਰੇਸ਼ਨ ਦੇ ਕੰਮ ਆਉਂਦੇ ਸੀਗੇ ਔਰ ਲੈਂਗੁਏਜ ਟੀਚਰ ਰਹੀ ਹਾਂ। ਸੋ ਫਿਰ ਮੈਂ ਇਹੀ ਸੋਚਿਆ ਕਿ ਉਹਨਾਂ ਦਿਨਾਂ 'ਚ ਮੈਂ ਦੇਖਿਆ ਕਿ ਬਹੁਤ ਘੱਟ ਲੋਕ ਸੀਗੇ ਜਿਹੜੇ ਇੰਗਲਿਸ਼ ਫਲੂਐਂਟਲੀ ਬੋਲਣਾ ਚਾਹੁੰਦੇ ਸੀਗੇ। ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਸੀ। ਆਇਲਸ ਦੇ ਟੀਚਰਸ ਬਹੁਤ ਘੱਟ ਸੀਗੇ ਉਸ ਟਾਈਮ 'ਤੇ। ਹਾਰਡਲੀ ਦੇਰ ਵਰ 1 or 2 ਟੀਚਰਸ ਹੀਅਰ ਜਿਹੜੇ ਪਰਸਨਲੀ ਪੜ੍ਹਾਉਂਦੇ ਸੀ। ਸੋ ਉਹਨਾਂ ਦਿਨਾਂ 'ਚ ਇਹ ਸਾਰੇ ਹਾਲਾਤ ਨੂੰ ਦੇਖ ਕੇ ਮੇਰੇ ਮਾਈਂਡ 'ਚ ਇਹੀ ਆਇਆ ਕਿ ਮੈਂ ਵੀ ਇਸ ਤਰ੍ਹਾਂ ਸ਼ੁਰੂ ਕਰ ਸਕਦੀ ਹਾਂ, ਤੇ ਮੈਂ ਗੁਰੂ ਲਰਨਿੰਗ ਇੰਸਟੀਟਿਊਟ ਸ਼ੁਰੂ ਕੀਤਾ ਜੀ। ਆਪਣੇ ਨਾਲ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਮੈਡਮ ਨੂੰ ਪੁੱਛਣਾ ਸੀਗਾ ਵੀ ਜਿੱਦਾਂ ਮੈਂ ਇੱਥੇ ਵਰਕ ਪਰਮਿਟ 'ਤੇ ਸੀਗਾ ਤੇ ਹੁਣ ਮੈਨੂੰ ਲੇਆਫ ਮਿਲੀ ਹੋਈ ਹੈ, ਤੇ ਮੈਂ ਹੁਣ ਘਰ ਬੈਠ ਕੇ ਜਿੱਦਾਂ ਮੈਂ ਬਿਜ਼ਨਸ ਦਾ ਡਿਪਲੋਮਾ ਕੀਤਾ ਸੀ ਪਹਿਲੇ, ਤੇ ਹੁਣ ਮੈਂ ਲੇਆਫ 'ਤੇ ਹੈਗਾ, ਮੈਂ ਫਰੀ ਨਹੀਂ ਹੈਗਾ, ਤੇ ਮੈਨੂੰ ਇਹ ਦੱਸਣ ਵੀ ਇਹਨਾਂ ਕੋਲ ਕੋਈ ਐਸਾ ਪ੍ਰੋਗਰਾਮ ਹੈਗਾ ਜਿਹੜਾ ਹੁਣ ਬਿਜ਼ਨਸ ਤੋਂ ਮੈਂ ਅੱਗੇ ਡਿਪਲੋਮੇ ਤੋਂ ਬਾਅਦ ਬਿਜ਼ਨਸ ਦੇ ਤੋਂ ਬਾਅਦ ਹੁਣ ਮੈਂ ਅੱਗੇ ਕੀ ਕਰ ਸਕਦਾ। ਓਕੇ, ਸੋ ਜੇ ਤੁਸੀਂ ਬਿਜ਼ਨਸ ਦਾ ਡਿਪਲੋਮਾ ਕੀਤਾ ਹੈ ਤੇ ਅਜੇ ਤਾਂ ਬਿਕੋਜ਼ ਕੁਆਰੰਟੀਨ ਦਾ ਟਾਈਮ ਹੈ ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗੀ ਕਿ ਅਜੇ ਕਾਲਜਸ ਤਾਂ ਹੁਣ ਸੈਪਟੈਂਬਰ 'ਚ ਖੁੱਲ੍ਹਣਗੇ, ਜਦੋਂ ਤੁਸੀਂ ਕੋਈ ਕੋਰਸਿਸ ਸਟਾਰਟ ਕਰ ਸਕਦੇ ਹੋ ਫਰਦਰ। ਲੇਕਿਨ ਇਸ ਟਾਈਮ ਨੂੰ ਯੂਟੀਲਾਈਜ਼ ਕਰਨ ਲਈ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੋਰਸੇਰਾ 'ਤੇ ਤੁਸੀਂ ਦੇਖ ਸਕਦੇ ਹੋ coursera.org। ਉਹਦੇ 'ਤੇ ਕਾਫੀ ਅੱਛੇ ਕੋਰਸਿਸ ਹੈਗੇ ਨੇ, ਡਿਜੀਟਲ ਮੀਡੀਆ ਦੇ, ਬਿਜ਼ਨਸ ਮੈਨੇਜਮੈਂਟ ਦੇ ਛੋਟੇ ਕੋਰਸਿਸ ਹੈਗੇ ਨੇ ਜਿਹੜੇ ਰਿਕਗਨਾਈਜ਼ਡ ਹੈਗੇ ਨੇ। ਤੁਸੀਂ ਆਪਣੇ ਰੈਜ਼ੂਮੇ 'ਤੇ ਤੁਹਾਡਾ ਰੈਜ਼ੂਮੇ ਐਨਹਾਂਸ ਹੋ ਸਕਦਾ ਉਹਦੇ ਨਾਲ। ਹੋ ਸਕਦਾ ਹੈ ਕਿ ਤੁਸੀਂ ਇਹ ਸ਼ਾਰਟ ਕੋਰਸਿਸ ਕੋਈ ਲਵੋ ਜਿਹਦੇ 'ਚ ਤੁਸੀਂ ਇੰਟਰਸਟਿਡ ਹੈਗੇ ਹੋ, ਅਤੇ ਤੁਹਾਨੂੰ ਉਹਦੇ 'ਤੇ ਅੱਛੀਆਂ ਜੌਬਸ ਮਿਲ ਜਾਣ। ਸੋ ਤੁਸੀਂ ਆਪਣੇ ਪ੍ਰੋਫਾਈਲ ਨੂੰ ਇੰਪਰੂਵ ਕਰਨ ਵਾਸਤੇ ਤੁਸੀਂ ਕੋਰਸਿਸ ਕਰ ਸਕਦੇ ਹੋ। ਕੋਈ ਵੀ ਬਹੁਤ ਸਾਰੇ ਸੇਲਸ ਐਂਡ ਮਾਰਕੀਟਿੰਗ ਦੇ ਕੋਰਸਿਸ ਹੈਗੇ ਨੇ, ਦੈਨ ਬਿਜ਼ਨਸ ਮੈਨੇਜਮੈਂਟ ਦੇ ਕੋਰਸਿਸ ਨੇ। ਸੋ ਇਹਨਾਂ 'ਚੋਂ ਕੋਈ ਵੀ ਜਿੱਧਰ ਵੀ ਤੁਹਾਡਾ ਫੀਲਡ ਆਫ ਇੰਟਰਸਟ ਰਿਹਾ ਤੁਹਾਡਾ, ਤੁਸੀਂ ਉਹ ਵਾਲੇ ਕੋਰਸਿਸ ਪਿਕ ਕਰ ਸਕਦੇ ਹੋ। ਗੁਰੂ ਲਰਨਿੰਗ ਇੰਸਟੀਟਿਊਟ ਦੀ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਸਟਾਰਟ ਕੀਤਾ, ਤੁਹਾਡੇ ਮਾਈਂਡ ਦੇ ਵਿੱਚ ਆਇਆ ਆਇਲਸ ਬਹੁਤ ਘੱਟ ਕਰਵਾਉਂਦੇ ਸੀਗੇ, ਕਿਉਂਕਿ ਜੇ ਐਜ਼ ਕੰਪੇਅਰਟਿਵ ਅਸੀਂ ਹੋਰ ਆਪਣੇ ਜੇ ਬੈਕ ਹੋਮ ਦੀ ਗੱਲ ਕਰ ਲਈਏ ਤਾਂ ਉੱਥੇ ਬਹੁਤ ਸਾਰੇ ਇੰਸਟੀਟਿਊਟਸ ਹੈਗੇ ਨੇ, ਤੇ ਪਰ ਇੱਥੇ ਬਹੁਤ ਘੱਟ ਨੇ ਜਿਹੜੇ ਤੁਹਾਨੂੰ ਫਿਜ਼ੀਕਲੀ ਪੜ੍ਹਾਉਂਦੇ ਨੇ, ਤੁਹਾਨੂੰ ਦੱਸਦੇ ਨੇ ਕਿ ਇੰਗਲਿਸ਼ ਕਿੱਦਾਂ ਇੰਪਰੂਵ ਕਰਨੀ ਹੈਗੀ ਹੈ। ਸੋ ਗੁਰੂ ਲਰਨਿੰਗ ਤੋਂ ਫਿਰ ਆਸਕਰ ਦਾ ਆਈਡੀਆ ਕਿੱਦਾਂ ਆਇਆ, ਆਸਕਰ ਕਾਲਜ ਖੋਲ੍ਹਣ ਦਾ ਆਈਡੀਆ? ਗੁਰੂ ਲਰਨਿੰਗ ਇੰਸਟੀਟਿਊਟ ਮੈਂ 2009 'ਚ ਖੋਲ੍ਹਿਆ ਔਰ 2008 ਦਸੰਬਰ 'ਚ ਮੈਂ ਸਟਾਰਟ ਕਰ ਲਿਆ ਸੀ। ਤਾਂ ਪ੍ਰੋਪਰਲੀ ਉਹਨੂੰ ਮੈਂ 2009 'ਚ ਸਟਾਰਟ ਕੀਤਾ। 2-3 ਸਾਲ ਬਾਅਦ ਮੈਂ ਦੇਖਿਆ ਕਿ ਇੱਥੇ ਕਾਲਜਸ, ਪ੍ਰਾਈਵੇਟ ਕਾਲਜਸ ਵੀ ਖੋਲ੍ਹੇ ਜਾ ਸਕਦੇ ਹੈ। ਸੋ ਉਹਦੇ 'ਤੇ ਸਰਚ ਕਰਨਾ ਸ਼ੁਰੂ ਕੀਤਾ ਔਰ 2015 'ਚ ਜਦੋਂ ਮੈਂ ਗੁਰੂ ਲਰਨਿੰਗ ਦੀ ਫਿਰ ਇੱਕ ਪਹਿਲੇ ਸਰੀ 'ਚ ਲੋਕੇਸ਼ਨ ਖੋਲ੍ਹੀ, ਫਿਰ ਜਦੋਂ ਉੱਥੇ ਬਹੁਤ ਵਧੀਆ ਰਿਸਪੌਂਸ ਆਇਆ, ਮੇਰੇ ਕੋਲ ਕਾਫੀ ਸਟੂਡੈਂਟਸ ਆਉਣੇ ਸ਼ੁਰੂ ਹੋ ਗਏ। ਫਿਰ ਮੈਂ ਦੇਖਿਆ ਕਿ ਐਬਸਫੋਰਡ ਤੋਂ ਬਹੁਤ ਬੱਚੇ ਆਉਂਦੇ ਸੀ ਰਾਤ ਟਾਈਮ ਸੈਲਬਨ ਪੜ੍ਹਨ ਵਾਸਤੇ, ਕਾਫੀ ਸਟੂਡੈਂਟਸ ਆਉਂਦੇ ਸੀ। ਫਿਰ ਮੈਂ 2010 'ਚ ਐਬਸਫੋਰਡ ਖੋਲ੍ਹਿਆ। ਦੈਨ ਵੈਨਕੂਵਰ, ਨਾਰਥ ਵੈਨਕੂਵਰ ਤੋਂ ਵੀ ਸਟੂਡੈਂਟਸ ਆਉਂਦੇ ਸੀ, ਰਿਚਮੰਡ ਤੋਂ ਵੀ। Then I thought of Vancouver too, and I have now 3 locations for Guru Learning Institute. ਤੇ ਸਾਰਿਆਂ 'ਚ ਅਸੀਂ ਲੈਂਗੁਏਜ ਦੇ ਪ੍ਰੋਫੀਸ਼ੀਐਂਸੀ ਐਗਜ਼ਾਮਸ ਦੀ ਤਿਆਰੀ ਕਰਵਾਉਂਦੇ ਹਾਂ ਨਾਲ। we are partners, we are in a partnership program with British Council, ਔਰ ਸਾਡੇ 2 ਇੰਸਟੀਟਿਊਟਸ ਦੇ ਵਿੱਚ ਬ੍ਰਿਟਿਸ਼ ਕਾਉਂਸਲ ਦੇ ਸੈਂਟਰ ਵੀ ਹੈਗੇ ਨੇ। ਐਗਜ਼ਾਮੀਨੇਸ਼ਨ ਵੀ ਹੁੰਦਾ, ਐਗਜ਼ਾਮੀਨੇਸ਼ਨ ਸੈਂਟਰਸ ਨੇ ਜਿਹੜੇ ਕੈਪਲਨ ਦੇ ਨਾਲ ਚੱਲਦੇ ਨੇ। ਤਾਂ ਸੋ ਇਸ ਤਰ੍ਹਾਂ ਫਿਰ ਅੱਗੇ ਚੱਲਦਾ ਗਿਆ ਸਾਰਾ। ਪਰ ਮੇਰਾ ਹਮੇਸ਼ਾ ਇੱਕੋ ਹੀ ਏਮ ਰਿਹਾ ਕਿ ਟੂ ਪ੍ਰੋਡਿਊਸ ਕੁਆਲਿਟੀ ਨਾਟ ਕੁਆਂਟਿਟੀ। ਅਗਰ ਮੈਂ ਕੁਆਂਟਿਟੀ ਨੂੰ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰਦੀ ਤੇ ਸ਼ਾਇਦ ਮੈਂ ਕਾਮਯਾਬ ਨਹੀਂ ਹੁੰਦੀ। ਲੇਕਿਨ ਮੈਂ IK ਗੁਜਰਾਲ ਦੇ ਇੰਸਟੀਟਿਊਟਸ ਵਿੱਚ ਪ੍ਰਿੰਸੀਪਲ ਰਹੀ ਸੀ, ਤਾਂ ਮੈਂ ਆਪਣੀ ਜਿਹੜੀ ਮੇਰੀ ਸਕਸੈਸ ਹੈ ਉਹਦਾ ਕ੍ਰੈਡਿਟ ਡੈਫੀਨੇਟਲੀ ਉਹਨਾਂ ਨੂੰ ਤੇ ਨਰੇਸ਼ ਗੁਜਰਾਲ ਨੂੰ ਜ਼ਰੂਰ ਦਿਆਂਗੀ, ਬਿਕੋਜ਼ ਉਹਨਾਂ ਨੇ ਮੈਨੂੰ ਕੁਆਲਿਟੀ ਦਾ ਲੈਸਨ ਪੜ੍ਹਾਇਆ।
ਉਹਨਾਂ ਨੇ ਮੈਨੂੰ ਸਿਖਾਇਆ ਕਿ ਕੁਆਲਿਟੀ ਕੀ ਚੀਜ਼ ਹੈ। ਉਹਨਾਂ ਨੇ ਦੱਸਿਆ ਕਿ ਜੇ ਕੁਆਲਿਟੀ ਹੋਏ ਨਾ ਕਿਸੇ ਵੀ ਪ੍ਰੋਫੈਸ਼ਨ 'ਚ ਤੇ ਕੁਆਂਟੀਟੀ ਆਪਣੇ ਆਪ ਆ ਜਾਂਦੀ ਹੈ। ਬਿਲਕੁਲ। ਸੋ ਸ਼ਾਇਦ ਇਹੀ ਮੇਰੀ ਮੈਂ ਕਹਾਂਗੀ ਸਫਲਤਾ ਦਾ ਰਾਜ ਹੈ। ਮੈਂ ਹਮੇਸ਼ਾ ਐਜੂਕੇਸ਼ਨ ਨੂੰ ਸਭ ਤੋਂ ਉੱਪਰ ਰੱਖਿਆ, ਪੈਸੇ ਕਮਾਉਣ ਤੇ ਜ਼ੋਰ ਨਹੀਂ ਦਿੱਤਾ, ਲੇਕਿਨ ਪੈਸਾ ਵੀ ਪਿੱਛੇ ਪਿੱਛੇ ਆਪਣੇ ਆਪ ਚੱਲਦਾ ਆਇਆ। ਹਮੇਸ਼ਾ ਕੁਆਲਿਟੀ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੇ ਸਟੂਡੈਂਟਸ ਆਨ ਉਹਨਾਂ ਦੇ ਰਿਜ਼ਲਟ ਤੇ ਬਹੁਤ ਫੋਕਸ ਕੀਤਾ। ਔਰ ਮੇਰੇ ਖਿਆਲ ਨਾਲ ਮੇਰੇ ਕੋਲੋਂ ਅਰਾਊਂਡ 5 to 6,000 ਸਟੂਡੈਂਟਸ ਹੁਣ ਤੱਕ ਆਇਲਸ ਪੜ੍ਹ ਕੇ ਜਾ ਚੁੱਕਾ। ਸੈਲਬਨ ਵੀ ਅਸੀਂ ਆਨਲਾਈਨ ਵੀ ਪੜ੍ਹਾਉਂਦੀ ਹਾਂ ਮੈਂ, ਤੇ ਹੁਣ ਨਾਲ ਕਾਫੀ ਸਟਾਫ ਵੀ ਹੈ ਔਰ ਹਮੇਸ਼ਾ ਬਹੁਤ ਅੱਛਾ ਹਾਈਲੀ ਟ੍ਰੇਨਡ ਇੱਥੇ ਦਾ ਐਜੂਕੇਟਿਡ ਸਟਾਫ ਰੱਖਿਆ। ਤਾਂ ਉਹਨਾਂ ਨੂੰ ਫਰਦਰ ਨਾਲ ਅਪਗ੍ਰੇਡਿੰਗ ਉਹਨਾਂ ਦੀ ਵੀ ਅਪਡੇਟ ਕਰਦੇ ਰਹਿੰਦੇ ਹਾਂ ਨੌਲੇਜ, ਐਂਡ ਜਿਹੜਾ ਮਟੀਰੀਅਲ ਹੈਗਾ ਉਹਨੂੰ ਵੀ ਟਾਈਮ ਤੇ ਦੁਬਾਰਾ ਅਪਡੇਟ ਕਰਦੇ ਹਾਂ। ਦੈਨ ਹਰ ਸਟੂਡੈਂਟ ਦੀ ਕੀ ਪ੍ਰੋਬਲਮ ਹੈ, ਉਹਦੀ ਪਰਸਨਲ ਪ੍ਰੋਬਲਮਸ ਨੂੰ ਜਾਣ ਕੇ ਉਹਦੇ ਤੇ ਵਰਕ ਕਰਦੇ ਹਾਂ। ਸੋ ਉਹਦੇ ਨਾਲ ਅੱਛੇ ਰਿਜ਼ਲਟਸ ਬਣਦੇ ਨੇ। ਸੋ ਬਹੁਤ ਸਾਰੇ ਸਟੂਡੈਂਟਸ ਨੇ, ਜਿਵੇਂ ਅੱਜ ਕੱਲ੍ਹ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਕਿ 8777 ਬੈਂਡ ਹੈ ਉਹਨਾਂ ਨੂੰ ਚਾਹੀਦੇ ਹੈ। ਸੋ ਬਹੁਤ ਸਾਰੇ ਸਟੂਡੈਂਟਸ ਆਪਣੇ ਏਮ ਨੂੰ ਪੂਰਾ ਕਰਦੇ ਨੇ, ਆਪਣਾ ਗੋਲ ਅਚੀਵ ਕਰਦੇ ਨੇ। ਉਹਦੇ 'ਚ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਅੱਛਾ ਲੱਗਦਾ। ਥੋੜ੍ਹੇ ਦਿਨ ਪਹਿਲਾਂ ਮੇਰੇ ਬੇਟੇ ਨੇ ਘਰ ਲਿੱਤਾ, ਤੇ ਇੱਕ ਜਦੋਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਮੈਂ ਗਈ ਤਾਂ ਉਹ ਬੱਚਾ ਜਿਹੜਾ ਲਾਇਰ ਸੀਗਾ ਉਹ ਮੇਰਾ ਸਟੂਡੈਂਟ ਨਿਕਲ ਆਇਆ, ਔਰ ਉਹ ਇੰਨਾ ਖੁਸ਼ ਹੋਇਆ ਕਿ ਮੈਂ ਸ਼ਾਇਦ ਉਹਦੇ ਨਾਲੋਂ ਮੈਂ ਕਈ ਗੁਣਾ ਜ਼ਿਆਦਾ ਮੈਂ ਖੁਸ਼ ਹੋਈ। ਕਹਿੰਦਾ ਮੈਡਮ ਕਿ ਜੇਕਰ ਮੈਂ ਆਇਲਸ ਵਿੱਚੋਂ ਪਾਸ ਨਹੀਂ ਹੁੰਦਾ ਤੇ ਸ਼ਾਇਦ ਮੈਂ ਅੱਜ ਇੱਥੇ ਨਹੀਂ ਪਹੁੰਚਦਾ, ਕਿਉਂਕਿ ਮੈਂ ਬੜੀ ਚਿਰਾਂ ਤੋਂ 7 ਬੈਂਡਸ ਕਰਕੇ ਮੈਂ ਰੁਕਿਆ ਹੋਇਆ ਸੀ। ਦੈਟ ਵਾਜ਼ ਅ ਬਿਗ ਹਰਡਲ ਇਨ ਮਾਈ ਅਪਗ੍ਰੇਡਿੰਗ। ਤਾਂ ਉਹ ਕਰਨ ਤੋਂ ਬਾਅਦ ਹੀ ਮੈਂ ਆਪਣੇ ਏਮ 'ਚ ਸਕਸੈਸਫੁਲ ਹੋਇਆ, ਮੈਂ ਆਪਣੇ ਗੋਲ ਨੂੰ ਅਚੀਵ ਕੀਤਾ ਤੇ ਮੈਂ ਇੱਥੇ ਲਾਇਰ ਬਣਿਆ। ਜੀ ਆਪਣੇ ਕੋਲ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨ ਬੋਲ ਰਹੀ ਹਾਂ। ਹਾਂਜੀ, ਮੈਂ ਪੁੱਛਣਾ ਸੀਗਾ ਤੁਹਾਡੇ ਕੋਲੋਂ ਇਸ ਟਾਈਮ ਤੇ ਹੈਲਥ ਕੇਅਰ ਦੇ ਕਿਹੜੇ ਪ੍ਰੋਗਰਾਮਸ ਅਵੇਲੇਬਲ ਹੈਗੇ, ਜਿਹੜੇ ਤੁਸੀਂ ਹੈਲਥ ਕੇਅਰ ਦੇ ਕੋਰਸਿਸ ਆਨਲਾਈਨ ਪ੍ਰੋਵਾਈਡ ਕਰਵਾ ਰਹੇ ਹੋ ਇਸ ਟਾਈਮ? ਅਸੀਂ ਹਾਂਜੀ ਸਿਮਰਨ, ਅਸੀਂ ਆਲਰੇਡੀ ਸੈਲਬਨ ਦੀ ਤਾਂ ਕੋਰਸਿਸ ਪਹਿਲੇ ਹੀ ਚਲਾ ਰਹੇ ਸੀ, ਲੇਕਿਨ ਆਇਲਸ ਦਾ ਪ੍ਰੋਗਰਾਮ ਅਸੀਂ ਸਟਾਰਟ ਕਰ ਦਿੱਤਾ। ਉਹਦੇ ਵੈਬੀਨਾਰ ਚੱਲ ਰਹੇ ਨੇ। ਹਰ ਸੈਟਰਡੇ ਉਹਦਾ ਫ੍ਰੀ ਵੈਬੀਨਾਰ ਹੁੰਦਾ। ਉਸ ਤੋਂ ਬਾਅਦ ਹਰ ਮੰਡੇ ਨੂੰ ਅਸੀਂ ਕੋਰਸ ਸਟਾਰਟ ਕਰ ਰਹੇ ਹਾਂ, ਇੱਕ ਮੰਡੇ ਨੂੰ ਇੱਕ ਟਿਊਜ਼ਡੇ ਨੂੰ, 2 ਦਿਨ ਹਫਤੇ 'ਚ ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਸੋ ਬੜੀ ਨੋਮੀਨਲ ਜੀ ਉਹਦੀ, ਬਿਕੋਜ਼ ਅੱਜ ਕੱਲ੍ਹ ਸਟੂਡੈਂਟ ਘਰਾਂ 'ਚ ਬੈਠੇ ਨੇ। ਸੋ ਜਸਟ ਆਈ ਥਿੰਕ $99 ਜਸਟ ਫੀਸ ਰੱਖੀ ਹੈ, ਇਹ ਸੋਚ ਕੇ ਕਿ ਹਰ ਇੱਕ ਬੱਚਾ ਜਿਹਨੂੰ ਵੀ ਆਇਲਸ 'ਚ ਆਪਣਾ ਅਪਗ੍ਰੇਡ ਕਰਨਾ ਹੈ, ਤੇ ਜਿਹਨੂੰ ਵੀ BCPNP ਦਾ ਇੰਨਾ ਸਕੋਰ, CRS ਸਕੋਰ ਇੰਨਾ ਹਾਈ ਹੋ ਗਿਆ, ਤਾਂ ਸਟੂਡੈਂਟਸ ਬਹੁਤ ਪਰੇਸ਼ਾਨੀ 'ਚ ਨੇ। ਸੋ ਜਿਹੜੇ ਵੀ ਸਟੂਡੈਂਟਸ ਘਰਾਂ 'ਚ ਬੈਠੇ ਨੇ, ਜਿਨ੍ਹਾਂ ਨੂੰ ਪਤਾ ਹੈ, ਜਿਹੜੇ ਵਰਕ ਪਰਮਿਟ 'ਤੇ ਨੇ, ਜਾਂ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਕੱਲ੍ਹ ਆਇਲਸ ਕਰਨ ਦੀ ਜ਼ਰੂਰਤ ਪੈਣੀ ਹੈ, ਉਹ ਇਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਨੇ। ਲਾਈਵ ਆਨਲਾਈਨ ਕਲਾਸਿਸ ਹੈਗੀਆਂ ਜਿਹਦੇ 'ਚ ਤੁਹਾਡੇ ਨਾਲ ਟੀਚਰ ਰਹਿੰਦਾ ਹੈ ਔਰ ਪੂਰਾ ਉਹ ਵਾਈਟ ਬੋਰਡ 'ਤੇ ਤੁਹਾਨੂੰ ਪੜ੍ਹਾਉਂਦਾ ਹੈ। ਤੁਹਾਡੀਆਂ ਅਸਾਈਨਮੈਂਟਸ ਚੈੱਕ ਹੁੰਦੀਆਂ, ਤੁਹਾਨੂੰ ਹੋਮ ਅਸਾਈਨਮੈਂਟਸ ਦਿੰਦੇ ਨੇ। ਸੋ ਇੱਕ ਤਰ੍ਹਾਂ ਨਾਲ ਉਹ ਵਰਚੁਅਲ ਕਲਾਸਿਸ ਨੇ ਔਰ ਬਿਲਕੁਲ ਕਲਾਸਰੂਮ ਦਾ ਮਾਹੌਲ ਹੁੰਦਾ ਉਹਦੇ ਵਿੱਚ। ਤਾਂ ਇਹ ਅਸੀਂ ਇਸ ਮੰਡੇ ਤੋਂ ਵੀ ਕੋਰਸ ਸ਼ੁਰੂ ਹੋ ਰਿਹਾ। ਸੋ ਐਵਰੀ ਮੰਡੇ ਐਂਡ ਟਿਊਜ਼ਡੇ ਉਹ ਕੋਰਸਿਸ ਸਟਾਰਟ ਹੋ ਰਹੇ ਨੇ, ਜਿੱਦਾਂ ਹਰ ਇੱਕ ਮੋਡਿਊਲ ਦਾ 2 ਵੀਕਸ ਦਾ ਪ੍ਰੋਗਰਾਮ ਹੈਗਾ। ਸੋ ਇਹਨੇ ਥੋੜੇ ਟਾਈਮ ਵਾਸਤੇ ਵੀ ਤੁਹਾਡੇ ਕੋਲ ਕੀ ਪ੍ਰੋਗਰਾਮ ਹੈਗੇ ਨੇ? ਹਾਂਜੀ, ਹੈਲਥ ਕੇਅਰ ਦੇ ਲਈ ਵੀ ਹਾਂਜੀ, ਉਹ ਜਿਹੜਾ ਮੈਂ ਤੁਹਾਨੂੰ ਜਿਵੇਂ ਦੱਸ ਰਹੀ ਸੀ ਕਿ ਮੈਂ 2015 ਚ ਕਾਲਜ ਸਟਾਰਟ ਕੀਤਾ, ਰਜਿਸਟ੍ਰੇਸ਼ਨ ਕਰਾਈ PTIB ਨਾਲ, ਮਿਨਿਸਟਰੀ ਆਫ ਐਡਵਾਂਸ ਐਜੂਕੇਸ਼ਨ ਨਾਲ, ਤਾਂ ਆਸਕਰ ਇੰਟਰਨੈਸ਼ਨਲ ਕਾਲਜ ਸ਼ੁਰੂ ਕੀਤਾ। ਸੋ ਪਹਿਲੇ ਅਸੀਂ ਇਹਦੀ ਬ੍ਰਾਂਚ ਐਬਸਫੋਰਡ 'ਚ ਖੋਲ੍ਹੀ ਹੈ। ਉਸ ਤੋਂ ਬਾਅਦ ਲਾਸਟ ਈਅਰ ਅਸੀਂ ਸਰੀ 'ਚ ਵੀ ਇਹਦੀ ਬ੍ਰਾਂਚ ਖੋਲ੍ਹੀ, ਅਤੇ ਹੁਣ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ। ਉਹਦੇ 'ਚ ਪ੍ਰੋਗਰਾਮਸ ਜਿਵੇਂ we have hospitality management, healthcare assistant and education assistant or business management program. So ਇਹ ਵਾਲੇ ਸਾਰੇ ਪ੍ਰੋਗਰਾਮਸ ਹੈਗੇ ਨੇ ਔਰ ਕਾਫੀ ਸਟੂਡੈਂਟਸ ਆ ਰਹੇ ਨੇ ਉਹਦੇ ਵਿੱਚ, ਇੰਟਰਨੈਸ਼ਨਲ ਸਟੂਡੈਂਟਸ ਵੀ ਨੇ। ਜੀ, ਇੱਕ ਹੋਰ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
Thank you, Ji. Just want to know about their website because I was searching on the Google and I put Oscar College. Nothing comes up. Can they provide their website and their helpline number if anything working on it? Sure. Thank you for the question. Thank you, Ji. Yep. ਆਸਕਰ ਇੰਟਰਨੈਸ਼ਨਲ ਕਾਲਜ ਦੀ ਜਿਹੜੀ ਵੈਬਸਾਈਟ ਹੈ ਉਹ oscarinternationalcollege.ca ਸੋ ਤੁਸੀਂ ਸਰਚ ਕਰ ਸਕਦੇ ਹੋ ਐਂਡ ਯੂ ਕੈਨ ਵਿਜ਼ਿਟ ਦੈਟ ਵੈਬਸਾਈਟ And you can provide any number or anything? Yeah, I will be providing you number also. ਸੋ ਜਿੱਦਾਂ ਹੈਲਥ ਕੇਅਰ ਦੀ ਗੱਲ ਕੀਤੀ, ਸਟਾਫ ਦੀ ਗੱਲ ਕੀਤੀ ਕਿ ਸਟਾਫ ਹੁਣ ਹੌਲੀ ਹੌਲੀ ਜੁੜ ਚੁੱਕਿਆ ਹੈਗਾ ਤੁਹਾਡੇ ਨਾਲ, ਸੋ ਹੋਰ ਜਿਹੜੇ ਪ੍ਰੋਗਰਾਮ ਹੈਗੇ ਨੇ ਜਿਹੜੇ ਤੁਹਾਡੇ ਕੋਲ ਹੁਣ ਇਸ ਵੇਲੇ ਹੈਗੇ ਨੇ ਪਰ ਕੋਈ ਹੋਰ ਐਡ ਕਰਨ ਦੀ ਵੀ ਸੋਚ ਰਹੇ ਹੋ ਫਿਊਚਰ ਦੇ ਵਿੱਚ? ਹਾਂਜੀ, ਫਿਊਚਰ 'ਚ ਬਹੁਤ ਸਾਰੇ ਪ੍ਰੋਗਰਾਮਸ ਅਸੀਂ ਇਹਦੇ ਵਿੱਚ ਹੋਰ ਵੀ ਐਡ ਕਰ ਰਹੇ ਹਾਂ। ਯਾ ਸੋ ਜਿਵੇਂ ਕਹਿ ਸਕਦੇ ਹਾਂ ਕਿ ਤੁਹਾਡੇ ਕੋਲ ਹੁਣ ਐਬਸਫੋਰਡ ਦੇ ਵਿੱਚ ਕਾਲਜ ਹੈਗਾ ਆ, ਸੋ ਇਨ ਫਿਊਚਰ ਸਰੀ ਦੇ ਵਿੱਚ ਜਾਂ ਕੋਈ ਹੋਰ ਲੋਕੇਸ਼ਨ? ਇਹਦੀ ਆਸਕਰ ਇੰਟਰਨੈਸ਼ਨਲ ਦੀਆਂ 2 ਲੋਕੇਸ਼ਨਸ ਨੇ। ਸਰੀ 'ਚ ਇਹਦੀ ਜਿਹੜੀ ਲੋਕੇਸ਼ਨ ਹੈ ਉਹ 127 ਐਂਡ 80th ਐਵੇਨਿਊ ਤੇ ਹੈ, ਬਿਲਕੁਲ ਮੇਨ ਰੋਡ ਦੇ ਉੱਪਰ ਹੈ 80th ਐਵੇਨਿਊ ਦੇ। ਸੋ ਇਟਸ ਕੁਆਇਟ ਵਿਜ਼ੀਬਲ ਇਨ ਸਰੀ, ਇਟਸ ਇਨ ਦਾ ਸੈਂਟਰਲ ਲੋਕੇਸ਼ਨ। ਸੋ ਕਿਸੇ ਵੀ ਕੋਰਸ ਦੇ ਵਿੱਚ ਜਾਣ ਦੇ ਲਈ ਅਲੱਗ-ਅਲੱਗ ਰਿਕੁਆਇਰਮੈਂਟਸ ਹੁੰਦੀਆਂ ਨੇ ਫॉर श्योर, ਪਰ ਹੁਣ ਜਦੋਂ ਕੋਈ ਇੱਥੋਂ ਕੋਈ ਸਟੂਡੈਂਟ ਜੇ ਕਿਸੇ ਨੇ ਰਜਿਸਟ੍ਰੇਸ਼ਨ ਕਰਾਉਣੀ ਹੋਵੇ ਜਾਂ ਕਿਸੇ ਨੇ ਐਡਮਿਸ਼ਨ ਲੈਣੀ ਹੋਵੇ, ਸੋ ਉਹਨਾਂ ਦੀ ਰਿਕੁਆਇਰਮੈਂਟਸ ਡਿਫਰੈਂਟ ਹੁੰਦੀਆਂ ਇੰਟਰਨੈਸ਼ਨਲ ਦੇ ਨਾਲੋਂ? ਨਹੀਂ, ਇਹ ਸਾਰੇ ਪੋਸਟ ਸੈਕੰਡਰੀ ਕੋਰਸਿਸ, ਡਿਪਲੋਮਾ ਕੋਰਸਿਸ ਹੈਗੇ ਨੇ ਜਿਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਗ੍ਰੇਡ 12 ਪਾਸ ਹੋਣੀ ਚਾਹੀਦੀ ਹੈ ਐਂਡ ਆਇਲਸ ਦਾ ਸਕੋਰ ਹੁੰਦਾ ਕੁਝ ਹਰ ਕੋਰਸ ਲਈ ਡਿਫਰੈਂਟ ਹੈ। ਜੀ ਬਿਲकुल, ਇੱਕ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। हेलो, गुड इवनिंग जी। गुड इवनिंग। मैं आपसे पूछना चाह रहा था कि अगर हमें आइल्स के लिए इनको अप्रोच करना है मैडम को जी, तो हम कैसे इनको अप्रोच कर सकते हैं? हमें आइल्स की कोचिंग लेनी है अगर इनसे जी। आइल्स की कोचिंग लैन वास्ते ऑनलाइन भी ये प्रोवाइड करवाते हैं? जी ऑनलाइन कोचिंग लैन वास्ते तुसी कुछ मटेरियल ऐसा कुछ? जी हाँ जी, ऑनलाइन वर्चुअल क्लासेस है, आप हम इनसे उनके बारे में जानकारी जरूर लेते हैं इनसे। थैंक यू फॉर द क्वेश्चन दो। ऑनलाइन ਜਿਹੜੀਆਂ ਮੈਂ ਕਲਾਸਿਸ ਬਾਰੇ ਤੁਹਾਨੂੰ ਹੁਣੇ ਥੋੜੀ ਦੇਰ ਪਹਿਲੇ ਵੀ ਦੱਸ ਰਹੀ ਸੀ, ऑनलाइन वर्चुअल लाइव ऑनलाइन क्लासेस है ਜਿਹੜੀਆਂ इंस्ट्रक्टर लैड प्रोग्राम है ਜਿਹਦੇ ਚ ਨਾਲ टीचर ਤੁਹਾਨੂੰ वाइट बोर्ड ਤੇ ਪੂਰਾ क्लास ਦੀ ਤਰ੍ਹਾਂ ਹੀ ਪੜ੍ਹਾਉਂਦਾ ਹੈ। ਬਿਲਕੁਲ ਉਹ ਕਲਾਸਰੂਮ ਮਾਹੌਲ ਹੁੰਦਾ ਹੈ, ਹਰ ਸਟੂਡੈਂਟ ਦੇ ਕੁਐਸਚਨਸ ਦਾ ਵੀ ਜਵਾਬ ਦਿੱਤਾ ਜਾਂਦਾ ਹੈ, ਉਹਨਾਂ ਨੂੰ ਅਸਾਈਨਮੈਂਟਸ ਵੀ ਮਿਲਦੀਆਂ ਜਿਹੜੀਆਂ ਉਹਨਾਂ ਦੀ ਈਮੇਲ ਤੇ ਜਾਂਦੀਆਂ, ਉਹ ਪ੍ਰਿੰਟ ਕਰਕੇ ਅਸਾਈਨਮੈਂਟਸ ਆਪਣੀਆਂ ਕੰਪਲੀਟ ਕਰਦੇ ਆ, ਜਾਂ ਜੇ ਉਹਨਾਂ ਨੂੰ ਰੀਡਿੰਗ ਘਰ ਇੱਕ ਅਸੀਂ ਭੇਜੀ ਹੈ ਤਾਂ ਉਹ ਰੀਡਿੰਗ ਕਰਕੇ ਰੱਖਣਗੇ ਤੇ ਅਗਲੇ ਦਿਨ ਉਹਦੀ ਡਿਸਕਸ਼ਨ ਹੋਏਗੀ ਕਲਾਸ ਵਿੱਚ, ਜਿਹੜੇ ਰੋਂਗ ਕੁਐਸਚਨਸ ਹੋਣਗੇ ਉਹਦੇ ਆਨਸਰਸ ਟੀਚਰ ਸਮਝਾਏਗਾ ਚੰਗੀ ਤਰ੍ਹਾਂ ਨਾਲ। So we are trying our best to do it in a best possible way ताकि एक quality education ਨੂੰ ਅਸੀਂ maintain ਕਰ ਸਕੀਏ, ਜੋ ਸਾਡਾ aim ਹੈ। ਤਾਂ ਇਹ ਜਿਹੜੀਆਂ ਕਲਾਸਿਸ ਹੈਗੀਆਂ ਇਹਨਾਂ ਦਾ ਹਰ ਸੈਟਰਡੇ 11 ਤੋਂ 1 ਵਜੇ ਤੱਕ ਫ੍ਰੀ ਵੈਬਿਨਾਰ ਹੁੰਦਾ ਹੈ, ਜਿਹਦੇ 'ਚ ਤੁਹਾਨੂੰ ਤੁਹਾਡੇ ਕੁਐਸਚਨਸ ਦੇ ਆਨਸਰਸ ਦਿੱਤੇ ਜਾਂਦੇ ਹੈ ਔਰ ਤੁਹਾਨੂੰ ਸਾਰਾ ਕੋਰਸ ਬਾਰੇ ਵੀ ਦੱਸਿਆ ਜਾਂਦਾ ਹੈ ਤੇ ਇੱਕ ਤੁਹਾਨੂੰ ਫ੍ਰੀ ਡੈਮੋ ਕਲਾਸਿਸ ਵੀ ਮਿਲਦੀਆਂ ਨਾਲ। ਸੋ ਇਹ ਕਲਾਸਿਸ ਦੇ ਲਈ ਕਿੱਥੇ ਲੌਗਇਨ ਕਰ ਸਕਦੇ ਨੇ? ਸੋ ਵੈਬਸਾਈਟਸ ਕਿਹੜੀਆਂ? ਤੁਸੀਂ ਗੁਰੂ ਲਰਨਿੰਗ ਇੰਸਟੀਚਿਊਟ ਦੇ ਫੇਸਬੁੱਕ ਦੇ ਪੇਜ ਤੇ ਵੀ ਜਾ ਸਕਦੇ ਹੋ, ਗੂਗਲ ਤੇ ਵੀ ਗੁਰੂ ਲਰਨਿੰਗ ਇੰਸਟੀਚਿਊਟ ਟਾਈਪ ਕਰੋ ਤੇ ਤੁਸੀਂ ਉਹ ਵਿਜ਼ਿਟ ਕਰਕੇ ਉਹਦੇ ਤੇ। ਫੋਨ ਲਾਈਨਸ ਵੀ ਓਪਨ ਹੈਗੀਆਂ ਕੋਈ, ਜੇ ਕਿਸੇ ਨੇ ਤੁਹਾਨੂੰ ਫੋਨ ਕਰਕੇ ਕੋਈ ਕੋਰਸ ਬਾਰੇ ਜਾਣਕਾਰੀ ਲੈਣੀ ਹੋਵੇ? ਜੀ ਹਾਂ, ਇਟਸ ਅ ਵੈਰੀ ਸਿੰਪਲ ਨੰਬਰ ਵਿਚ ਯੂ ਕੈਨ ਈਜ਼ੀਲੀ ਰਿਮੈਂਬਰ। ਇਟਸ 604 325 0006. So I repeat 604 325 0006. 604 325 0006 ਜੀ। ਸੋ ਇਹ ਨੰਬਰ ਹੈਗਾ ਤੁਹਾਡਾ ਤੇ ਇਹਦੇ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੈਗੇ ਡਿਟੇਲਸ ਦੇ ਬਾਰੇ। ਜਿਵੇਂ ਤੁਸੀਂ ਦੱਸਿਆ ਕਿ ਕੋਰਸ ਦੀਆਂ ਫੀਸਿਸ ਵੀ ਤੁਸੀਂ ਘੱਟ ਕੀਤੀਆਂ ਕਿ ਇਹੀ ਫੀਸ ਰਹਿੰਦੀਆਂ ਨੇ ਆਲ ਦ ਟਾਈਮ? ਬਿਕੋਜ਼ ਇਹ ਅਸੀਂ ਜਿਹੜਾ ਲਾਈਵ ਆਨਲਾਈਨ ਪ੍ਰੋਗਰਾਮ ਹੈ ਇਹ ਕੁਆਰੰਟੀਨ ਨੂੰ, COVID-19 ਨੂੰ ਨਜ਼ਰ 'ਚ ਰੱਖ ਕੇ ਬਣਾਇਆ। ਇਹ ਥੋੜੇ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਹੈ। ਸੋ ਬਣਾਉਂਦੇ ਵੀ ਕਾਫੀ ਟਾਈਮ ਲੱਗਿਆ, ਲਾਈਕ ਇਟ ਟੁੱਕ ਅਬਾਊਟ 3 weeks, more than 3 weeks, and ਉਹਨੂੰ ਸਟਾਰਟ ਕੀਤੇ ਸਾਨੂੰ ਅਜੇ 1 ਹਫ਼ਤਾ ਹੀ ਹੋਇਆ।
ਸੋ ਇਹ ਪ੍ਰੋਗਰਾਮ ਜਿਹੜਾ ਹੈ ਉਹਨਾਂ ਦੀਆਂ ਕਲਾਸਿਸ ਲੱਗਣਗੀਆਂ 3 ਟਾਈਮਸ ਅ ਵੀਕ ਐਂਡ 2 ਆਵਰਸ ਦੀ ਕਲਾਸ ਹੈ 2 ਵੀਕਸ ਦੀਆਂ ਕਲਾਸਿਸ ਹੈਗੀਆਂ ਹਰ ਇੱਕ ਮੋਡਿਊਲ ਦੀ ਲਿਸਨਿੰਗ ਦੀ ਰੀਡਿੰਗ ਦੀ ਰਾਈਟਿੰਗ ਦੀ ਸਪੀਕਿੰਗ ਦੀ ਔਰ ਇਹਦੇ 'ਚ ਹਰ ਇੱਕ ਸਟੂਡੈਂਟ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਪਰਸਨਲ ਪ੍ਰੋਬਲਮਸ ਹੈ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ 'ਤੇ ਟੀਚਰਸ ਵਰਕ ਕਰਨਗੇ ਉਹਨਾਂ ਨੂੰ ਅਸਾਈਨਮੈਂਟਸ ਵੀ ਦੇਣਗੇ ਹੋਮ ਅਸਾਈਨਮੈਂਟਸ ਵੀ ਉਹਨਾਂ ਦੇ ਐਸੇ ਵਗੈਰਾ ਮਾਰਕ ਕਰਨਗੇ ਅਸਾਈਨਮੈਂਟ ਚੈੱਕ ਹੋਣਗੀਆਂ ਉਹਨਾਂ ਨੂੰ ਪੂਰੀ ਰਿਪੋਰਟ ਵੀ ਜਾਏਗੀ ਤਾਂ ਪੂਰਾ ਕੁਆਲਿਟੀ ਦਾ ਧਿਆਨ ਰੱਖਿਆ ਜਾਏਗਾ ਬਿਲਕੁਲ ਇੱਕ ਕਾਲਰ ਨੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਇਹ ਪੁੱਛਣਾ ਸੀ ਜੀ ਕਾਲਜ ਆਪਣੇ ਕਿਹੜੇ ਕੋਰਸਿਸ ਅਵੇਲੇਬਲ ਨੇ ਤੇ ਇਹਨਾਂ ਕੋਰਸਿਸ ਤੋਂ ਬਾਅਦ ਵਰਕ ਪਰਮਿਟ ਦੀ ਹੈ ਕੋਈ ਫੈਸਿਲਿਟੀ ਵਗੈਰਾ ਜੀ ਜੀ ਵੈਰੀ ਗੁੱਡ ਕੁਐਸਚਨ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ ਸਾਡਾ ਕਾਲਜ ਜਿਹੜਾ ਹੈ ਰੈਕਗਨਾਈਜ਼ਡ ਹੈ ਐਫੀਲੀਏਟਡ ਹੈ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ ਲੇਕਿਨ ਜਿਹੜਾ ਵਰਕ ਪਰਮਿਟ ਹੈ ਉਹ ਤੁਹਾਨੂੰ ਪਬਲਿਕ ਯੂਨੀਵਰਸਿਟੀਜ਼ 'ਚ ਤੁਸੀਂ ਲੈਂਦੇ ਹੋ ਕੋਰਸਿਸ ਤਾਂ ਉਸ ਤੋਂ ਬਾਅਦ ਉਹ ਵਰਕ ਪਰਮਿਟ ਦਾ ਹੁੰਦਾ ਸੋ ਥੀਸ ਆਰ ਪ੍ਰਾਈਵੇਟ ਕਾਲਜਸ ਦੇ ਨਾਲ ਤੁਸੀਂ ਜਦੋਂ ਕੋਰਸਿਸ ਲੈਂਦੇ ਹੋ ਉਸ ਤੋਂ ਬਾਅਦ ਵਰਕ ਪਰਮਿਟ ਦੀ ਫੈਸਿਲਿਟੀਜ਼ ਨਹੀਂ ਹੁੰਦੀਆਂ ਸੋ ਫਿਰ ਉਹਨਾਂ ਨੂੰ ਕੋਈ ਹੋਰ ਕਾਲਜ ਜੁਆਇਨ ਕਰਨਾ ਪੈਂਦਾ ਜੀ ਹਾਂਜੀ ਉਹ ਤੁਸੀਂ ਉਸ ਤੋਂ ਬਾਅਦ ਅਸੀਂ ਕੁਝ ਕਾਲਜਸ ਨਾਲ ਸਾਡਾ ਟਾਈ ਅਪ ਹੋ ਰਿਹਾ ਹੁਣ ਹੈ ਨਾ ਅਸੀਂ ਵੀ ਆਰ ਔਨ ਦਾ ਵੇ ਐਂਡ ਅਸੀਂ ਸਟੂਡੈਂਟ ਜਦੋਂ ਫਿਰ ਉੱਥੇ ਜਾ ਕੇ ਪੜ੍ਹਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਸੋ ਕਹਿ ਸਕਦੇ ਹਾਂ ਕਿ ਇੱਕ ਵਾਰੀ ਜੇ ਕੋਈ ਆ ਜਾਂਦਾ ਫਿਰ ਤੁਸੀਂ ਉਹਨਾਂ ਦੀ ਹੈਲਪ ਵੀ ਕਰਦੇ ਹੈਗੇ ਆ ਕੁਝ ਅੱਗੇ ਉਹਨਾਂ ਦੀ ਅਪਗ੍ਰੇਡੇਸ਼ਨ ਵਾਸਤੇ ਜਾਂ ਅੱਗੇ ਵਰਕ ਪਰਮਿਟ ਦੇ ਲਈ ਜਿਹੜੇ ਕਾਲਜ ਦੇ ਵਿੱਚ ਜਾਣਾ ਉਹਨਾਂ ਨੇ ਵਰਕ ਪਰਮਿਟ ਦਾ ਤੇ ਮੈਂ ਨਹੀਂ ਕੁਝ ਕਹਿ ਸਕਦੀ ਬਿਕੋਜ਼ ਦੈਟਸ ਐਨ ਇਮੀਗ੍ਰੇਸ਼ਨ ਥਿੰਗ ਦੈਟਸ ਨਾਟ ਇਨ ਮਾਈ ਹੈਂਡ ਐਂਡ ਆਈ ਕੈਨ ਸੇ ਐਨੀਥਿੰਗ ਅਬਾਊਟ ਇਟ ਬਟ ਅਸੀਂ ਉਹਨਾਂ ਨੂੰ ਕਰੀਅਰ ਕਾਉਂਸਲਿੰਗ ਜ਼ਰੂਰ ਕਰਦੇ ਹਾਂ ਤੇ ਉਹਨਾਂ ਨੂੰ ਦੱਸਦੇ ਹਾਂ ਉਹਦੇ ਬਾਰੇ ਕੋਰਸਿਸ ਦੇ ਬਾਰੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਆਨਲਾਈਨ ਕੋਰਸਿਸ ਨੇ ਉਹ ਹੁਣੇ ਡਿਵੈਲਪ ਹੋਏ ਨੇ ਉਹਨਾਂ ਦਾ ਰਿਸਪੌਂਸ ਕਿੱਦਾਂ ਆ ਰਿਹਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਜਿਹੜੇ ਸਾਡੇ ਆਲਰੇਡੀ ਹਸਪਿਟੈਲਿਟੀ ਮੈਨੇਜਮੈਂਟ ਦਾ ਡਿਪਲੋਮਾ ਪ੍ਰੋਗਰਾਮ ਚੱਲ ਰਿਹਾ ਉਹਦੇ ਤਾਂ ਅਸੀਂ ਕੋਰਸ ਨਾਲ ਹੀ ਬਣਾ ਲਿੱਤਾ ਸੀਗਾ ਕੋਰਸ ਡਿਜ਼ਾਈਨ ਕਰ ਲਿਆ ਸੀ ਉਹ ਬਹੁਤ ਅੱਛੀ ਤਰ੍ਹਾਂ ਨਾਲ ਚੱਲ ਰਿਹਾ ਜਿੰਨੇ ਵੀ ਸਟੂਡੈਂਟ ਸੀਗੇ ਸਾਰੇ ਘਰ ਬੈਠੇ ਪੜ੍ਹ ਰਹੇ ਆ ਆਰਾਮ ਨਾਲ ਉਹਨਾਂ ਦਾ ਆਪਣਾ ਸਮੈਸਟਰ ਅੱਗੇ ਕੈਰੀ ਔਨ ਕਰ ਰਹੇ ਆ ਉਹਨਾਂ ਦੇ ਐਗਜ਼ਾਮ ਵੀ ਹੋ ਰਹੇ ਆ ਆਨਲਾਈਨ ਟੈਸਟ ਵੀ ਹੋ ਰਹੇ ਆ ਜੀ ਬਿਲਕੁਲ ਸੋ ਇਹੀ ਹੁਣ ਸਾਡਾ ਨਿਊ ਨਾਰਮਲ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਆ ਸੋ ਟਾਈਮ ਆਪਣੇ ਕੋਲ ਲਿਮਿਟਿਡ ਹੈਗਾ ਪ੍ਰਵਿੰਦਰ ਜੀ ਬਹੁਤ ਸੋਹਣੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈਗੀ ਆਪਣੇ ਕਾਲਜਸ ਦੇ ਬਾਰੇ ਯੂਥ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ ਐਂਡ ਦੇ ਉੱਤੇ ਕੀ ਆਪਣੇ ਇੰਸਟੀਚਿਊਟ ਦੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਆ ਇਸ ਸਿਚੁਏਸ਼ਨ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ COVID-19 ਦੀ ਇੱਕ ਪ੍ਰੈਜ਼ੀਡੈਂਟ ਆਫ ਅ ਕਾਲਜ ਐਂਡ ਆਲ ਥੀਸ ਇੰਸਟੀਟਿਊਟਸ ਔਰ ਇੱਕ ਐਜੂਕੇਸ਼ਨਿਸਟ ਦੇ ਨਾਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇਹ ਸਮਾਂ ਜਿਹੜਾ ਹੈ ਬਹੁਤ ਔਖਾ ਸਮਾਂ ਹੈ ਇਹਨੂੰ ਬੜੀ ਚੰਗੀ ਤਰ੍ਹਾਂ ਨਾਲ ਬੜੇ ਸੁਘੜ ਤਰੀਕੇ ਨਾਲ ਇਸਤੇਮਾਲ ਕਰੋ ਆਪਣੇ ਇਸ ਸਮੇਂ ਨੂੰ ਅਜਾਏ ਨਾ ਗਵਾਓ ਇਹਨੂੰ ਚੰਗੀ ਤਰ੍ਹਾਂ ਨਾਲ ਯੂਟਿਲਾਈਜ਼ ਕਰੋ ਕੋਈ ਪ੍ਰੋਡਕਟਿਵ ਵਰਕਸ ਕਰੋ ਇਹਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਇਹਨਾਂ ਚੀਜ਼ਾਂ ਤੋਂ ਅਵੇਅਰ ਕਰਵਾਓ ਇਸ ਤੋਂ ਆਪ ਵੀ ਬਚ ਕੇ ਰਹੋ ਉਹਨਾਂ ਨੂੰ ਵੀ ਬਚਾਓ ਤੇ ਇਸ ਸਮੇਂ ਦੀ ਕੋਈ ਵੀ ਗਾਰੰਟੀ ਨਹੀਂ ਹੈ ਕਿ ਇਹ ਕਿੰਨੀ ਦੇਰ ਤੱਕ ਚੱਲੇਗਾ ਸੋ ਸਾਨੂੰ ਇਹਨੂੰ ਐਕਸੈਪਟ ਕਰਨਾ ਪਏਗਾ ਸਾਨੂੰ ਇਹਦੇ ਨਾਲ ਹੀ ਜੀਣਾ ਪਏਗਾ ਜੀ ਰਾਈਟ ਹੋ ਸਕਦਾ ਹੈ ਕਿ ਇਹ ਕਾਫੀ ਦੇਰ ਚੱਲੇ ਹੈ ਸਿਚੁਏਸ਼ਨ ਹੈ ਨਾ ਸੋ ਸਾਨੂੰ ਆਪਣੀ ਹੈਲਥ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਡਿਸਟੈਂਸਿੰਗ ਨੂੰ ਅਬਜ਼ਰਵ ਕਰਨਾ ਪਏਗਾ ਜੋ ਵੀ ਹੈਲਥ ਕੈਨੇਡਾ ਦੀਆਂ ਗਾਈਡਲਾਈਨਸ ਹੈ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਫੋਲੋ ਕਰਨਾ ਪਏਗਾ ਔਰ ਸਾਨੂੰ ਹਰ ਇੱਕ ਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਏਗਾ ਇਸ ਬਦਲਦੇ ਹਾਲਾਤ ਨਾਲ ਸਮਝੌਤਾ ਕਰਨਾ ਪਏਗਾ ਸਾਨੂੰ ਆਪਣੇ ਆਪ ਨੂੰ ਬਦਲ ਕੇ ਇੱਕ ਨਵੇਂ ਤਰੀਕੇ ਨਾਲ ਦੁਬਾਰਾ ਆਪਣੇ ਆਪ ਨੂੰ ਖੜਾ ਕਰਨਾ ਪਏਗਾ ਦਿਸ ਇਜ਼ ਨਾਟ ਐਨ ਈਜ਼ੀ ਟਾਈਮ ਵੀ ਹੈਵ ਟੂ ਵਰਕ ਵੈਰੀ ਹਾਰਡ ਫॉर ਇਟ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਕਿਹਾ ਕਿ ਸਾਨੂੰ ਇਹਦੇ ਲਈ ਹਾਰਡ ਵਰਕ ਕਰਨਾ ਪੈਣਾ ਹੈਗਾ ਆ ਸੋ ਥੈਂਕ ਯੂ ਸੋ ਮਚ ਇਨਫੋਰਮੇਸ਼ਨ ਦੇਣ ਦੇ ਲਈ ਤੇ ਆਪਣਾ ਟਾਈਮ ਕੱਢਣ ਦੇ ਲਈ ਤਾਂ ਕਿ ਤੁਸੀਂ ਸਾਡੇ ਨਾਲ ਆਪਣਾ ਜੋ ਤੁਹਾਡੀ ਐਕਸਪੀਰੀਅੰਸ ਹੈ ਉਹ ਸਾਂਝਾ ਕਰ ਸਕੋ ਥੈਂਕ ਯੂ ਵਾਂਸ ਅਗੇਨ
ਸੋ ਅੱਜ ਕੱਲ੍ਹ ਹੋਈ ਮਿਸ ਪਵਿੰਦਰ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦਾ ਇੰਸਟੀਚਿਊਟ ਕਿੱਦਾਂ ਵਰਕ ਕਰਦਾ ਹੈਗਾ, ਗੁਰੂ ਲਰਨਿੰਗ ਇੰਸਟੀਚਿਊਟ ਤੇ ਆਸਕਰ ਇੰਜੀਨੀਅਰਿੰਗ ਕਾਲਜ ਜਿਹੜਾ ਹੈਗਾ ਆ, ਸੌਰੀ ਆਸਕਰ ਇੰਟਰਨੈਸ਼ਨਲ ਕਾਲਜ ਹੈਗਾ ਆ ਜਿਹੜਾ ਇਹਨਾਂ ਦਾ। ਸੋ ਉੱਥੇ ਕਿਸ ਤਰ੍ਹਾਂ ਪੜ੍ਹਾਈ ਹੋ ਰਹੀ ਹੈ, ਯੂਥ ਕਿਸ ਤਰ੍ਹਾਂ ਇਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਆ। ਇੱਕ ਵਾਰੀ ਫਿਰ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਟਾਈਮ ਟੂ ਟਾਈਮ ਕੱਢਿਆ, ਤੇ ਨਾਲ ਅਸੀਂ ਕੈਨੇਡਾ ਡਰਾਈ ਦਾ ਵੀ ਧੰਨਵਾਦ ਕਰਦੇ ਹਾਂ, ਸਾਡੇ ਸ਼ੋਅ ਦੇ ਸਪਾਂਸਰ ਹੈਗੇ ਨੇ। ਸੋ ਕਹਿੰਦੇ ਨੇ ਕਿ ਮੇਡ ਫਰੋਮ ਰੀਅਲ ਜਿੰਜਰ, ਤੇ ਤੁਸੀਂ ਜਿਹੜਾ ਹੈਗਾ ਜ਼ਰੂਰ ਇਹ ਟਰਾਈ ਕਰ ਸਕਦੇ ਆ। ਤੇ ਨਾਲ ਮੈਂ ਇਨਫੋਰਮੇਸ਼ਨ ਤੁਹਾਨੂੰ ਪਹਿਲਾਂ ਵੀ ਦਿੱਤੀ ਸੀਗੀ ਕਿ ਜੇ ਕਿਸੇ ਨੂੰ ਕਿਸੇ ਵੀ ਜ਼ਰੂਰਤਮੰਦ ਨੂੰ ਗਰੋਸਰੀ ਦੀ ਲੋੜ ਹੈਗੀ ਹੈ ਤਾਂ ਉਹ ਖਾਲਸਾ ਲਾਇਬ੍ਰੇਰੀ ਦੇ ਨਾਲ ਸੰਪਰਕ ਕਰ ਸਕਦਾ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨਾਲ ਸੰਪਰਕ ਕਰ ਸਕਦਾ ਆ, ਤੇ ਦੇਸੀ ਬਾਈਟਸ ਦੇ ਨਾਲ ਨੂੰ ਫੋਨ ਕਰ ਸਕਦਾ, ਕਿਉਂਕਿ 2 ਘੰਟੇ ਉਹਨਾਂ ਦੇ ਵੱਲੋਂ ਟਿਫਨ ਦਿੱਤਾ ਜਾ ਰਿਹਾ 4 ਵਜੇ ਤੋਂ ਲੈ ਕੇ 6 ਵਜੇ ਤੱਕ। ਬਾਕੀ ਡੀਟੇਲਸ ਤੁਸੀਂ ਉਹਨਾਂ ਨੂੰ ਫੋਨ ਕਰਕੇ ਲੈ ਸਕਦੇ ਆ। ਤੇ ਇੱਕ ਹੋਰ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰਦਾ ਕਿ ਖਾਲਸਾ ਏਡ ਵੀ ਆਪਣੇ ਵੱਲੋਂ ਕੰਮ ਕਰ ਰਹੀ ਹੈਗੀ ਹੈ, ਗਰੋਸਰੀਜ਼ ਪ੍ਰੋਵਾਈਡ ਕਰ ਰਹੀ ਹੈ, ਤੇ ਨਾਲ ਡੇ ਟੂ ਡੇ ਹੋਲਸੇਲ ਗਰੋਸਰੀਜ਼ ਨੇ, ਉੱਥੋਂ ਫੂਡ, ਗਰੋਸਰੀਜ਼, ਫਰੂਟ, ਉਹ 12 ਵਜੇ ਤੋਂ 4 ਵਜੇ ਤੱਕ ਇਸ ਐਤਵਾਰ, ਜੋ ਕਿ 128 ਦੇ ਉੱਤੇ ਤੇ 78 ਦੇ ਉੱਤੇ ਹੈ। ਸੋ ਆਈ ਵਿਲ ਰਿਪੀਟ, 128 ਦੇ ਉੱਤੇ ਤੇ 78 ਦੇ ਉੱਤੇ ਹੈ। ਡੇ ਟੂ ਡੇ ਹੋਲਸੇਲ ਉੱਥੇ ਆਪਣਾ ਟੈਂਟ ਲਗਾ ਰਹੇ ਨੇ, ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਦੇ ਰਹੇ ਨੇ ਗਰੋਸਰੀਜ਼। ਸੋ ਤੁਸੀਂ ਉੱਥੇ ਜਾ ਕੇ ਜਿਹੜੇ ਜ਼ਰੂਰਤਮੰਦ ਹੈ, ਮੇਕ ਸ਼ੋਰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹੀ ਜਾ ਕੇ ਇੱਥੋਂ ਗਰੋਸਰੀਜ਼ ਲੈਣ। ਤੇ ਨਾਲ ਇਸ ਤੋਂ ਬਾਅਦ ਸਾਡਾ ਹੋਰ ਸ਼ੋਅ, ਜਿੱਥੇ ਕਰੰਟ ਟੌਪਿਕਸ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ, ਉਹ ਸ਼ੁਰੂ ਹੋਣ ਲੱਗਿਆ। ਸੋ ਤੁਸੀਂ ਉਸ ਨੂੰ ਵੀ ਦੇਖੋ, ਤੇ ਉਸ ਸ਼ੋਅ ਨੂੰ ਜਿਸ ਤਰ੍ਹਾਂ ਪਿਆਰ ਦਿੰਦੇ ਹੋ ਉਸ ਤਰ੍ਹਾਂ ਹੀ ਜਿਹੜਾ ਪਿਆਰ ਦਿੰਦੇ ਰਹੋ। ਅਗਲੀ ਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।